ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਗੂਜਰੀ ਕੀ ਵਾਰਤੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 9 ਪੌੜੀਆਂ ਦੀ ਵਿਚਾਰ ਕੀਤੀ ਸੀ। ਅੱਜ 10ਵੀਂ ਪੌੜੀ ਦੀ ਵਿਚਾਰ ਕਰਾਂਗੇ। ਕੱਲ ਇੰਟਰਨੈਟ ਦੇ ਵਿੱਚ ਕੁਝ ਪ੍ਰੋਬਲਮ ਆਉਣ ਕਰਕੇ ਤੇ ਉਹ ਸਾਡੀ ਵਿਚਾਰ ਠੀਕ ਢੰਗ ਨਾਲ ਇੱਕ ਦੂਜੇ ਤੱਕ ਪਹੁੰਚ ਨਹੀਂ ਪਾਈ, ਇਸ ਲਈ ਉਹ ਵਿਚਾਰ ਅਸੀਂ ਦੁਬਾਰਾ ਕਰ ਰਹੇ ਹਾਂ। ਅੱਜ ਅਸੀਂ 10ਵੀਂ ਪੌੜੀ ਦੀ ਵਿਚਾਰ ਕਰਾਂਗੇ ਤੇ ਇਸ ਪਾਵਨ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ ਉਹ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 520 ਤੇ ਅੰਕ। ਸ਼ਲੋਕ ਮਹਿਲਾ ਪੰਜਵਾਂ। ਬਾਰ ਵਿਡਾਨੜੈ ਹੁਮਸ ਧੁਮਸ ਕੂਕਾਂ ਪਈਆਂ ਰਾਹੀਂ। ਰਾਹੀਂ ਦਾ ਮਤਲਬ ਰਾਹਾਂ ਵਿੱਚ ਵੀ ਹੈ ਔਰ ਰਾਹੀਂ ਦਾ ਮਤਲਬ ਰਾਹਗੀਰਾਂ ਦੀ ਵੀ ਹੈ। ਬਾਰ ਵਿਡਾਨੜੇ ਦਾ ਮਤਲਬ ਬੇਗਾਨੇ ਜੰਗਲ ਵਿੱਚ, ਬੇਗਾਨੀ ਜੂਹ ਦੇ ਅੰਦਰ। ਬਾਹਰ ਦਾ ਮਤਲਬ ਜੂਹ, ਜੰਗਲ। ਹੁਮਸ ਦਾ ਮਤਲਬ ਹੁੰਦਾ ਹੈ ਘੁਟਵਾਂ ਜਿਹਾ ਮਾਹੌਲ ਜਿਹਦੇ ਵਿੱਚ ਗਰਮੀ ਹੋਵੇ ਔਰ ਨਾਲ ਸਰੀਰ ਨੂੰ ਗਰਮੀ ਵੀ ਲੱਗ ਰਹੀ ਹੋਵੇ ਤੇ ਨਾਲ ਸਾਹ ਵੀ ਨਾ ਆ ਰਿਹਾ ਹੋਵੇ, ਸਾਹ ਵੀ ਘੁੱਟ ਰਿਹਾ ਹੋਵੇ, ਉਸ ਮੌਸਮ ਨੂੰ ਕਹਿੰਦੇ ਨੇ ਹੁਮਸ ਧੁਮਸ। ਕੂਕਾਂ ਪਈਆਂ ਦਾ ਮਤਲਬ ਕੂਕਾਂ ਪੈਣੀਆਂ, ਚੀਕਾਂ ਨਿਕਲ ਜਾਣੀਆਂ, ਦੁਖੀ ਹੋਣਾ। ਰਾਹੀਂ ਦਾ ਮਤਲਬ ਰਾਹਾਂ ਵਿੱਚ ਔਰ ਰਾਹਗੀਰਾਂ ਦੀਆਂ। ਤਾਂ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਜਿਵੇਂ ਬੇਗਾਨੇ ਜੂਹ ਦੇ ਅੰਦਰ ਬੰਦਾ ਕਿਸੇ ਜੰਗਲ ਵਿੱਚ ਫਸ ਜਾਏ, ਜਿੱਥੇ ਚੋਰ ਲੁਟੇਰਿਆਂ ਦਾ ਡਰ ਵੀ ਹੋਵੇ, ਜਿੱਥੇ ਗਰਮੀ ਵੀ ਹੋਵੇ, ਘੁਟਵਾ ਮੌਸਮ ਹੋਵੇ, ਰਾਹ ਲੱਭੇ ਨਾ, ਤੇ ਐਸੇ ਮੌਸਮ ਦੇ ਅੰਦਰ, ਐਸੇ ਹਾਲਾਤ ਦੇ ਅੰਦਰ ਬੰਦੇ ਦੀਆਂ ਡਾਡਾਂ ਨਿਕਲ ਜਾਂਦੀਆਂ ਨੇ, ਲੋਕ ਦੁਖੀ ਹੁੰਦੇ ਨੇ। ਇਹ ਇੱਕ ਬਾਹਰ ਦੀ ਮਿਸਾਲ ਲਈ ਹੈ ਜਿਸ ਕਰਕੇ ਸਾਨੂੰ ਠੀਕ ਢੰਗ ਦੇ ਨਾਲ ਸਮਝ ਆ ਜਾਏ। ਪਰ ਹੁਣ ਜਿਹੜਾ ਅੰਤਰੀਵ ਇਹਦਾ ਭਾਵ ਇਹ ਹੈ ਕਿ ਬੇਗਾਨਾ ਬਾਰ ਕੀ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇਹ, ਜੇ ਤੂੰ ਐਵੇਂ ਰਖਸੀ ਜੀਓ ਸ਼ਰੀਰੋਂ ਲਹਿ। ਕਿ ਹੇ ਪ੍ਰਭੂ, ਮੈਨੂੰ ਬੇਗਾਨੇ ਦਰ ਦੇ ਉੱਤੇ ਬਹਿਣਾ ਨਾ ਦੇਈ, ਮੈਂ ਤੇਰੇ ਦਰ ਦਾ ਹੋਵਾਂ, ਤੇਰੇ ਦਰ ਤੇ ਟਿਕਿਆ ਰਹਾਂ, ਤੇਰੀ ਸ਼ਰਨ ਵਿੱਚ ਰਹਾਂ। ਜੇ ਮੈਂ ਤੈਨੂੰ ਛੱਡ ਕੇ ਕਿਤੇ ਹੋਰ ਜਾਵਾਂ, ਤੇਰੇ ਨਾਲੋਂ ਆਪਣੀ ਪ੍ਰੀਤ ਨੂੰ ਤੋੜਾਂ, ਤਾਂ ਇਹਦੇ ਨਾਲੋਂ ਚੰਗਾ ਹੈ ਤਾਂ ਮੇਰੀ ਮੌਤ ਹੀ ਹੋ ਜਾਏ। ਔਰ ਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਬਚਨ ਵੀ ਕਰਦੇ ਨੇ, ਆਖਾਂ ਜੀਵਾਂ ਵਿਸਰੇ ਮਰ ਜਾਉਂ, ਮੈਂ ਉਦੋਂ ਤੱਕ ਹੀ ਆਤਮਿਕ ਜ਼ਿੰਦਗੀ ਜੀਂਦਾ ਹਾਂ ਜਦੋਂ ਤੱਕ ਤੇਰੇ ਗੁਣਾਂ ਦੇ ਨਾਲ ਜੁੜਿਆ ਹਾਂ। ਹੇ ਮਾਲਕ, ਜਦੋਂ ਮੈਂ ਤੇਰੇ ਗੁਣਾਂ ਨਾਲੋਂ ਟੁੱਟ ਜਾਂਦਾ ਹਾਂ ਉਦੋਂ ਮੇਰੀ ਆਤਮਿਕ ਤੌਰ ਤੇ ਮੌਤ ਹੋ ਜਾਂਦੀ ਹੈ। ਤਾਂ ਇੱਥੇ ਵੀ ਰੱਬ ਦੇ ਦਰ ਨੂੰ ਛੱਡ ਕੇ, ਰੱਬੀ ਗੁਣਾਂ ਨੂੰ ਛੱਡ ਕੇ, ਰੱਬੀ ਹੁਕਮ ਨੂੰ ਛੱਡ ਕੇ ਬੇਗਾਨੀ ਜੂਹ ਕਿਹੜੀ ਹੈ, ਆ ਪਾਪ ਔਰ ਵਿਕਾਰ, ਇਹਨਾਂ ਦੇ ਅੰਦਰ ਫਸ ਕੇ ਬੰਦੇ ਦੀਆਂ ਕੂਕਾਂ ਪੈ ਰਹੀਆਂ ਨੇ। ਬੰਦਾ ਦੁਖੀ ਹੋ ਰਿਹਾ ਹੈ, ਬੰਦਾ ਘਾਬਰ ਰਿਹਾ ਹੈ, ਬੰਦਾ ਪਰੇਸ਼ਾਨ ਹੈ। ਔਰ ਉਹ ਪਰੇਸ਼ਾਨੀ ਦਾ ਕਾਰਨ ਇਹ ਹੈ ਕਿ ਉਹ ਪ੍ਰਭੂ ਦੇ ਗੁਣਾਂ ਨੂੰ ਛੱਡ ਕੇ, ਰੱਬੀ ਰਜ਼ਾ ਨੂੰ ਛੱਡ ਕੇ ਬੇਗਾਨੇ ਬਾਰ ਵਿੱਚ, ਬੇਗਾਨੀ ਜੂਹ ਵਿੱਚ ਚਲਾ ਗਿਆ। ਇੱਕ ਨੂੰ ਛੱਡ ਕੇ ਮਾਇਆ ਆਦਿਕ ਦੇ ਨਾਲ ਪ੍ਰੀਤ ਪਾ ਲਈ ਹੈ, ਵਿਕਾਰਾਂ ਦੇ ਨਾਲ ਜੁੜ ਗਿਆ ਹੈ, ਇਸ ਕਰਕੇ ਉਹ ਬੰਦਾ ਦੁਖੀ ਹੈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਤੌ ਸਹੁ ਸੇਤੀ ਲੱਗੜੀ ਡੋਰੀ, ਨਾਨਕ ਆਨੰਦ ਸੇਤੀ ਬਨ ਗਾਹੀ। ਤੌ ਸਹੁ ਦਾ ਮਤਲਬ ਹੈ ਪ੍ਰਭੂ ਜਿਨ੍ਹਾਂ ਦੀ ਤੇਰੇ ਨਾਲ ਪ੍ਰੀਤ ਲੱਗ ਗਈ ਹੈ। ਸੇਤੀ ਦਾ ਮਤਲਬ ਨਾਲ, ਲੱਗੜੀ ਡੋਰੀ, ਡੋਰ ਲੱਗ ਗਈ ਹੈ, ਮਤਲਬ ਪ੍ਰੀਤ ਪੈ ਗਈ ਹੈ, ਲਿਵ ਲੱਗ ਗਈ ਹੈ, ਲਗਨ ਲੱਗ ਗਈ ਹੈ। ਆਨੰਦ ਸੇਤੀ ਦਾ ਮਤਲਬ ਆਨੰਦ ਦੇ ਨਾਲ, ਬਨ ਗਾਹੀ ਦਾ ਮਤਲਬ ਬਨ ਨੂੰ, ਜੰਗਲ ਨੂੰ ਗਾ ਰਹੇ ਨੇ, ਭਾਵ ਕਿ ਆਨੰਦ ਦੇ ਨਾਲ ਇਸ ਸੰਸਾਰ ਵਿੱਚ ਵਿਚਰ ਰਹੇ ਨੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪ੍ਰਭੂ, ਮੇਰੀ ਤੇਰੇ ਚਰਨਾਂ ਦੇ ਨਾਲ ਪ੍ਰੀਤ ਲੱਗ ਗਈ ਹੈ, ਇਸ ਵਾਸਤੇ ਮੈਂ ਆਨੰਦ ਦੇ ਨਾਲ ਇਸ ਸੰਸਾਰ ਜੰਗਲ ਨੂੰ ਗਾ ਰਿਹਾ ਹਾਂ। ਭਾਵ ਕਿ ਇਸ ਸੰਸਾਰ ਦੇ ਅੰਦਰ ਆਨੰਦਮਈ ਜ਼ਿੰਦਗੀ ਬਿਤਾ ਰਿਹਾ ਹਾਂ, ਕਿਉਂਕਿ ਮੇਰੀ ਪ੍ਰੀਤ ਤੇਰੇ ਚਰਨਾਂ ਦੇ ਨਾਲ ਲੱਗ ਗਈ ਹੈ। ਤਾਂ ਜਿਨ੍ਹਾਂ ਦੀ ਪ੍ਰੀਤ ਪ੍ਰਭੂ ਚਰਨਾਂ ਨਾਲ ਹੈ, ਜਿਨ੍ਹਾਂ ਦੀ ਪ੍ਰੀਤ
ਗੁਣਾਂ ਦੇ ਨਾਲ ਹੈ, ਸੱਚ ਨਾਲ ਹੈ, ਰੱਬੀ ਰਜ਼ਾ ਮੁਤਾਬਕ ਜੋ ਜ਼ਿੰਦਗੀ ਜੀ ਰਹੇ ਨੇ, ਉਹਨਾਂ ਨੂੰ ਫਿਰ ਵਿਕਾਰ ਸਤਾਉਂਦੇ ਨਹੀਂ, ਕਿਉਂਕਿ ਉਹਨਾਂ ਦੇ ਜੀਵਨ ਵਿੱਚ ਵਿਕਾਰ, ਪਾਪ, ਅਪਰਾਧ ਨਹੀਂ ਹੁੰਦੇ। ਉਹ ਆਪਣੀ ਕਿਰਤਕਾਰ ਕਰਦੇ, ਇਸ ਸੰਸਾਰ ਦੇ ਵਿੱਚ ਵਿਚਰਦੇ ਆਨੰਦਮਈ ਜ਼ਿੰਦਗੀ ਜੀਂਦੇ ਹਨ। ਤਾਂ ਇੱਥੋਂ ਸਾਨੂੰ ਇਹ ਸਿੱਖ ਮਿਲ ਰਹੀ ਹੈ ਕਿ ਜੇ ਅਸੀਂ ਰੱਬੀ ਗੁਣਾਂ ਨੂੰ ਛੱਡ ਕੇ, ਰੱਬੀ ਰਜ਼ਾ ਨੂੰ ਛੱਡ ਕੇ ਅਸੀਂ ਅਵਗੁਣਾਂ ਵਾਲੀ ਜ਼ਿੰਦਗੀ ਜੀਵਾਂਗੇ ਤਾਂ ਸਾਡੇ ਜੀਵਨ ਦੇ ਅੰਦਰ ਦੁੱਖ, ਕਲੇਸ਼ ਆਦਿਕ ਆ ਜਾਣਗੇ ਔਰ ਸਾਡਾ ਜੀਵਨ ਅਸ਼ਾਂਤ ਹੋ ਜਾਏਗਾ। ਪਰ ਜੇ ਅਸੀਂ ਜ਼ਿੰਦਗੀ ਜੀਂਦਿਆਂ ਗੁਣਾਂ ਨੂੰ ਬੇਸ ਬਣਾਉਂਦੇ ਹਾਂ, ਰੱਬੀ ਰਜ਼ਾ ਵਿੱਚ ਤੁਰਦੇ ਹਾਂ, ਤਾਂ ਫਿਰ ਸਾਡਾ ਜੋ ਇਹ ਜੀਵਨ ਹੈ ਸੁਖੀ ਔਰ ਸ਼ਾਂਤ ਰਹੇਗਾ ਤੇ ਅਸੀਂ ਆਨੰਦਮਈ ਜ਼ਿੰਦਗੀ ਜੀ ਲਵਾਂਗੇ। ਮਹਿਲਾ ਪੰਜਵਾਂ, ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਏ ਨਾਉ। ਇੱਥੇ ਤਿਨਾਂ ਦੇ ਨੰਨੇ ਥੱਲੇ ਹਲੰਤ ਹੈ, ਇਹਨੂੰ ਹਾਹੇ ਦੀ ਤਰ੍ਹਾਂ ਬੁਲਾਣਾ, ਥੋੜਾ ਤਿਨਾਂ ਨੂੰ ਥੋੜਾ ਜਿਹਾ ਭਾਰਾ ਕਰਨਾ, ਨਾਂ ਨੂੰ ਤਿਨਾ। ਸੱਚੀ ਬੈਸਕ ਤਿਨਾ ਸੰਗ, ਜਿਨ ਸੰਗ ਜਪੀਏ ਨਾਉ। ਬੈਸਕ ਦਾ ਮਤਲਬ ਸ਼ੋਭਤ, ਬਹਿਣੀ, ਯਾਨੀ ਸੰਗਤ ਕਰਨੀ। ਇਸ ਸੰਸਾਰ ਅੰਦਰ ਜ਼ਿੰਦਗੀ ਜੀਣ ਵਾਸਤੇ ਮਨੁੱਖ ਨੂੰ ਸੰਗਤ ਦੀ ਜ਼ਰੂਰਤ ਪੈਂਦੀ ਹੈ। ਕਦੇ ਵੀ ਇਕੱਲਾ ਬੰਦਾ ਸੰਸਾਰ ਅੰਦਰ ਸੁਖੀ ਔਰ ਸ਼ਾਂਤ ਨਹੀਂ ਰਹਿ ਸਕਦਾ। ਇਕੱਲਾ ਬੰਦਾ ਕਦੇ ਵੀ ਕਾਮਯਾਬ ਨਹੀਂ, ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਇਹਨੂੰ ਮਿਲਣ ਵਰਤਣ ਵਾਸਤੇ ਰਿਸ਼ਤੇ, ਨਾਤੇ, ਸੱਜਣ, ਮਿੱਤਰ, ਯਾਰ, ਦੋਸਤ ਆਦਿਕ ਚਾਹੀਦੇ ਨੇ, ਤਾਂ ਹੀ ਇਹ ਜ਼ਿੰਦਗੀ ਸੁਖੀ ਹੁੰਦੀ ਹੈ। ਵੇਖਣ ਵਿੱਚ ਆਉਂਦਾ ਹੈ ਕਿ ਸਾਡੇ ਬਹੁਤ ਸਾਰੇ ਮਿੱਤਰ ਨੇ, ਰਿਸ਼ਤੇਦਾਰ ਨੇ, ਨਾਨਕੇ ਦਾਦਕੇ, ਚਾਚੇ ਤਾਏ ਨੇ, ਕਿੰਨੀ ਸਾਰੀ ਦੁਨੀਆ ਹੈ, ਚਾਰ ਚੁਫੇਰੇ ਆਮ ਲੋਕ ਨੇ, ਲੇਕਿਨ ਬੰਦਾ ਫਿਰ ਵੀ ਦੁਖੀ ਔਰ ਅਸ਼ਾਂਤ ਹੈ। ਔਰ ਜਿੰਨੇ ਦੁੱਖ ਬੰਦੇ ਨੂੰ ਆਪਣਿਆਂ ਕੋਲੋਂ ਮਿਲੇ ਨੇ, ਸ਼ਾਇਦ ਇਹਨੇ ਬੇਗਾਨਿਆਂ ਕੋਲੋਂ ਨਹੀਂ ਮਿਲੇ ਜਿਨ੍ਹਾਂ ਨੂੰ ਇਹ ਬੇਗਾਨੇ ਸਮਝਦਾ ਹੈ। ਜਿੰਨੇ ਦੁੱਖ ਆਪਣਿਆਂ ਕੋਲੋਂ ਮਿਲੇ ਨੇ, ਉਹਨੇ ਬੇਗਾਨਾ ਕੋਲੋਂ ਨਹੀਂ ਮਿਲੇ, ਕਿਉਂਕਿ ਇਹ ਵਰਤਿਆ ਹੀ ਆਪਣਿਆਂ ਦੇ ਨਾਲ ਹੈ। ਇਹਦਾ ਮਤਲਬ ਕਿ ਉਹਨਾਂ ਦੇ ਵਿੱਚ ਵੀ ਕੁਝ ਦੋਸ਼ ਹੋਣਗੇ ਜਿਨ੍ਹਾਂ ਤੋਂ ਸਾਨੂੰ ਦੁੱਖ ਮਿਲੇ ਨੇ, ਉਹਨਾਂ ਨੂੰ ਅਸੀਂ ਆਪਣੇ ਨਹੀਂ ਕਹਿ ਸਕਦੇ। ਤੇ ਜ਼ਰੂਰੀ ਨਹੀਂ ਕਿ ਸਾਨੂੰ ਹੀ ਕਿਸੇ ਨੇ ਦੁੱਖ ਦਿੱਤੇ ਹੋਣ, ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਦੇ ਆ, ਅਸਾਂ ਵੀ ਉਹਨਾਂ ਨੂੰ ਦੁੱਖ ਦਿੱਤੇ ਹੋ ਸਕਦੇ ਨੇ। ਤਾਂ ਫਿਰ ਜੇ ਮੈਂ ਕਿਸੇ ਆਪਣੇ ਨੂੰ ਦੁੱਖ ਦਿੱਤਾ ਹੈ, ਮੇਰੇ ਤੋਂ ਕਿਸੇ ਨੂੰ ਦੁੱਖ ਮਿਲਿਆ ਤੇ ਮੈਂ ਵੀ ਉਹਨਾਂ ਦਾ ਆਪਣਾ ਨਾ ਹੋਇਆ, ਤਾਂ ਫਿਰ ਇਹਦਾ ਮਤਲਬ ਸੱਚੀ ਸੰਗਤ ਤਾਂ ਨਾ ਹੋਈ। ਇਸ ਲਈ ਗੁਰੂ ਜੀ ਕਹਿੰਦੇ ਨੇ, ਇਸ ਸੰਸਾਰ ਦੇ ਅੰਦਰ ਸੱਜਣ ਮਿੱਤਰ ਬਣਾਓ, ਪਰ ਉਹਨਾਂ ਨੂੰ ਬਣਾਓ, ਉਹਨਾਂ ਦੇ ਨਾਲ ਸੱਜਣਤਾ, ਮਿੱਤਰਤਾ, ਬਹਿਣਾ, ਉੱਠਣਾ, ਉਹਨਾਂ ਦੀ ਸ਼ੋਭਤ ਚੰਗੀ ਹੈ, ਜਿਨ੍ਹਾਂ ਦੀ ਸੰਗਤ ਦੇ ਅੰਦਰ ਨਾਮ ਦੇ ਨਾਲ ਬੰਦਾ ਜੁੜ ਜਾਏ। ਨਾਮ ਦਾ ਮਤਲਬ ਹੁਕਮ, ਜਪੀਏ ਦਾ ਮਤਲਬ ਜਾਣ ਲਵੇ। ਜਿਨ੍ਹਾਂ ਦੀ ਸੰਗਤ ਵਿੱਚ ਰੱਬੀ ਹੁਕਮ ਦੀ ਸੂਝ ਆਵੇ, ਰੱਬੀ ਹੁਕਮ ਦੇ ਨਾਲ ਬੰਦਾ ਜੁੜੇ, ਜਿਨ੍ਹਾਂ ਦੇ ਨਾਲ ਮਿਲ ਕੇ ਰੱਬੀ ਗੁਣਾਂ ਨੂੰ ਬੰਦਾ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਸਕੇ, ਉਹਨਾਂ ਦੀ ਸ਼ੋਭਤ ਚੰਗੀ ਹੈ, ਉਹਨਾਂ ਦੀ ਸੰਗਤ ਚੰਗੀ ਹੈ, ਉਹਨਾਂ ਦੀ ਸੰਗਤ ਕਰਨੀ ਚਾਹੀਦੀ ਹੈ। ਐਸੇ ਲੋਕਾਂ ਦੇ ਨਾਲ ਫਰੈਂਡਸ਼ਿਪ ਕਰਨੀ ਚਾਹੀਦੀ ਹੈ, ਮਿੱਤਰਤਾ ਪਾਣੀ ਚਾਹੀਦੀ ਹੈ। ਯਾਨੀ ਸਾਡੇ ਰਿਸ਼ਤਿਆਂ ਨਾਤਿਆਂ ਦਾ ਆਧਾਰ ਹੀ ਸ਼ੁਭ ਗੁਣ ਹੋਣਾ ਚਾਹੀਦਾ ਹੈ, ਤਾਂ ਹੀ ਅਸੀਂ ਆਪਣੇ ਆਪ ਨੂੰ ਸੱਚੇ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਅਖਵਾਉਣ ਦੇ ਹੱਕਦਾਰ ਹਾਂ। ਤਿੰਨ ਸੰਗ ਨਾ ਕੀਚਈ ਨਾਨਕ, ਜਿਨ੍ਹਾਂ ਆਪਣਾ ਸੁਆਓ। ਇਹਨੂੰ ਆਪਣਾ ਨਹੀਂ ਪੜਨਾ, ਐੜੇ ਦੇ ਨਾਲ ਕੰਨਾ ਲੱਗਾ ਹੈ, ਆਪਣਾ। ਤਿੰਨ ਸੰਗ ਹੁਣ ਦੇਖੋ, ਇੱਥੇ ਸੰਗ ਦੇ ਗੱਗੇ ਨਾਲ ਸਿਹਾਰੀ ਹੈ, ਸੰਗ ਨਾ ਕੀਚਈ, ਦੂਜੇ ਸੰਗ ਦੇ ਗੱਗੇ ਥੱਲੇ ਔਂਕੜ ਹੈ। ਤਾਂ ਪਹਿਲੇ ਸੰਗ ਦੇ ਜਦੋਂ ਗੱਗੇ ਦੇ ਨਾਲ ਔਂਕੜ ਹੈ ਤੇ ਇਹਦਾ ਮਤਲਬ ਹੈਗਾ ਸੰਗਤ ਵਿੱਚ, ਤੇ ਦੂਜੇ ਸੰਗ ਦਾ ਮਤਲਬ ਹੈ ਸਾਥ। ਯਾਨੀ ਸਾਨੂੰ ਉਹਨਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ। ਨਾਨਕ ਜਿਨ੍ਹਾਂ ਆਪਣਾ ਸੁਆਉ ਹੀ, ਨਾਨਕ ਜਿਨ੍ਹਾਂ ਨੂੰ ਆਪਣਾ ਸਵਾਰਥ, ਯਾਨੀ ਜੋ ਸਵਾਰਥੀ ਨੇ, ਜੋ ਲਾਲਚੀ ਨੇ, ਜੋ ਖੁਦ ਗਰਜ਼ ਨੇ, ਉਹਨਾਂ ਦੀ ਸੰਗਤ ਤੋਂ ਬਚਣਾ ਚਾਹੀਦਾ, ਕਿਉਂਕਿ ਖੁਦ ਗਰਜ਼ ਆਦਮੀ ਕਿਸੇ ਦਾ ਸਕਾ ਨਹੀਂ ਹੁੰਦਾ। ਖੁਦ ਗਰਜ਼ ਆਦਮੀ, ਸਵਾਰਥੀ ਮਨੁੱਖ ਦੂਜਿਆਂ ਦੇ ਦੁੱਖਾਂ ਵਿੱਚੋਂ ਆਪਣੇ ਲਈ ਸੁੱਖ ਭਾਲਦਾ ਹੈ, ਦੂਜਿਆਂ ਦੀ ਬਰਬਾਦੀ ਚੋਂ ਆਪਣੇ ਵਾਸਤੇ ਆਬਾਦੀ ਲੱਭਦਾ ਹੈ, ਦੂਜਿਆਂ ਦੇ ਰੋਣੇ ਕੀਰਨਿਆਂ ਦੇ ਵਿੱਚੋਂ ਆਪਣੇ ਵਾਸਤੇ ਹਾਸੇ ਔਰ ਮੁਸਕਰਾਹਟਾਂ ਲੱਭਦਾ ਹੈ। ਕਿਸੇ ਨੂੰ ਦੁੱਖਾਂ
ਔਰ ਚਿੰਤਾਵਾਂ ਦੇ ਸਾਗਰ ਵਿੱਚ ਧੱਕਾ ਦੇ ਕੇ ਆਪਣੇ ਵਾਸਤੇ ਖੁਸ਼ੀਆਂ ਲੱਭਣਾ ਚਾਹੁੰਦਾ ਹੈ, ਤਾਂ ਐਸੇ ਲੋਕਾਂ ਦੇ ਨਾਲ ਸੰਗਤ ਨਾ ਕਰੋ, ਜਿਹੜੇ ਸਵਾਰਥੀ ਨੇ, ਜਿਨ੍ਹਾਂ ਵਿੱਚ ਰੱਬੀ ਗੁਣ ਨਹੀਂ ਹਨ। ਕਿਉਂਕਿ ਜੇ ਐਸੇ ਲੋਕਾਂ ਦੀ ਸੰਗਤ ਕਰੋਗੇ ਤਾਂ ਤੁਹਾਡੇ ਜੀਵਨ ਦੇ ਅੰਦਰ ਘਾਟਾ ਆਏਗਾ, ਕਿਤੇ ਵੀ ਉਹ ਤੁਹਾਨੂੰ ਧੋਖਾ ਦੇਣਗੇ ਔਰ ਤੁਹਾਡਾ ਜੀਵਨ ਤਬਾਹ ਹੋ ਜਾਏਗਾ। ਇਸ ਲਈ ਸਾਨੂੰ ਥਾਂ ਥਾਂ ਤੇ ਰੋਕਿਆ ਗਿਆ ਹੈ ਕਿ ਮਾੜੇ ਲੋਕਾਂ ਦੀ ਸੰਗਤ ਨਾ ਕਰੋ। ਕਬੀਰ ਸਾਕਤ ਸੰਗ ਨਾ ਕੀਜੀਏ, ਦੂਰਹਿ ਜਾਈਏ ਭਾਗ, ਬਾਂਸਨ ਕਾਰੋ ਪਰਸੀਏ, ਤੋ ਕਛ ਲਾਗੇ ਦਾਗ। ਜੇ ਤੁਸੀਂ ਚਿੱਟੇ ਕੱਪੜੇ ਪਾਏ ਹੋਏ ਨੇ, ਕਾਲੇ ਭਾਂਡੇ ਨੂੰ ਟੱਚ ਕਰੋਗੇ ਤਾਂ ਕੋਈ ਨਾ ਕੋਈ ਦਾਗ ਲੱਗ ਜਾਏਗਾ। ਜਿਹੜਾ ਬਰਤਨ ਕਾਲਾ ਹੋਇਆ ਪਿਆ, ਜੇ ਉਹਨੂੰ ਹੱਥਾਂ ਨਾਲ ਚੁੱਕੋਗੇ ਤੇ ਹੱਥਾਂ ਨੂੰ ਕਾਲਖ ਤੇ ਲੱਗੇਗੀ। ਜੇ ਤੁਹਾਡਾ ਕੱਪੜਾ ਟੱਚ ਹੋਏਗਾ ਤਾਂ ਉਹਦੇ ਨਾਲ ਕੋਈ ਨਾ ਕੋਈ ਦਾਗ ਜ਼ਰੂਰ ਲੱਗ ਜਾਏਗਾ। ਜੇ ਮਾੜੇ ਬੰਦਿਆਂ ਦੀ ਸੰਗਤ ਵਿੱਚ ਕੋਈ ਰਹੇਗਾ ਨਾ, ਤਾਂ ਉਹਦੇ ਉੱਤੇ ਵੀ ਕੋਈ ਨਾ ਕੋਈ ਦਾਗ ਧੱਬਾ ਜ਼ਰੂਰ ਲੱਗ ਜਾਏਗਾ, ਕੋਈ ਮਾੜਾ ਔਗਣ ਉਹਦੇ ਅੰਦਰ ਆ ਜਾਏਗਾ। ਇਸ ਲਈ ਐਸੇ ਲੋਕਾਂ ਦੀ ਸੰਗਤ ਨਾ ਕਰੋ ਜਿਹੜੇ ਸਵਾਰਥੀ ਨੇ, ਉਹਨਾਂ ਤੋਂ ਬਚਣ ਦਾ ਯਤਨ ਕਰੋ। ਪੌੜੀ। ਸਾ ਵੇਲਾ ਪ੍ਰਵਾਨ ਜਿਤ ਸਤਿਗੁਰ ਭੇਟਿਆ। ਭੇਟਿਆ ਦਾ ਮਤਲਬ ਮਿਲਿਆ, ਪ੍ਰਵਾਨ ਦਾ ਮਤਲਬ ਹੁੰਦਾ ਹੈ ਥਾਂ ਪੈਣਾ, ਕਬੂਲ ਹੋਣਾ। ਵੇਲਾ ਦਾ ਮਤਲਬ ਸਮਾਂ। ਉਹ ਵੇਲਾ, ਉਹ ਘੜੀ ਕਬੂਲ ਪਈ ਜਾਣੋ, ਉਸ ਸਮੇਂ ਨੂੰ ਸਫਲਾ ਜਾਣੋ ਜਿਸ ਸਮੇਂ ਸਤਿਗੁਰੂ ਮਿਲ ਪਿਆ। ਹੁਣ ਅਸੀਂ ਕਹਿੰਦੇ ਆ ਕਿ ਫਲਾਂ ਸਮਾਂ ਮਾੜਾ, ਫਲਾਂ ਸਮਾਂ ਚੰਗਾ। ਅਸਲ ਦੇ ਅੰਦਰ ਚੰਗਾ ਸਮਾਂ ਉਹੀ ਹੈ ਜਦੋਂ ਅਸੀਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਹਾਂ। ਸਮੇਂ ਨੂੰ ਅਸੀਂ ਯੂਜ਼ ਕਿਵੇਂ ਕਰਦੇ ਹਾਂ, ਸਾਡਾ ਯੂਜ਼ ਕਰਨਾ, ਉਹਨੂੰ ਵਰਤੋਂ ਵਿੱਚ ਲਿਆਉਣਾ ਹੀ ਸਮੇਂ ਨੂੰ ਚੰਗਾ ਜਾਂ ਮਾੜਾ ਬਣਾਏਗਾ। ਜਿਵੇਂ ਹੁਣ ਇਸ ਟਾਈਮ ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰ ਰਹੇ ਹਾਂ, ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ, ਤਾਂ ਇਹ ਸਮਾਂ ਬੜਾ ਚੰਗਾ ਹੈ, ਬੜਾ ਸੁਹਾਵਣਾ ਹੈ, ਕਿਉਂਕਿ ਇਹਨੂੰ ਅਸੀਂ ਚੰਗੇ ਪਾਸੇ ਲਾ ਰਹੇ ਹਾਂ। ਇਹਦਾ ਪ੍ਰਯੋਗ, ਇਹਦੀ ਵਰਤੋਂ ਅਸੀਂ ਸਹੀ ਕਰ ਰਹੇ ਹਾਂ, ਤਾਂ ਇਹ ਸਮਾਂ ਚੰਗਾ ਹੈ। ਤੇ ਜੇ ਇਸੇ ਹੀ ਸਮੇਂ ਅਸੀਂ ਬਹਿ ਕੇ ਕਿਸੇ ਦੀ ਨਿੰਦਾ ਕਰੀਏ, ਚੁਗਲੀ ਕਰੀਏ, ਠੱਗੀਆਂ ਮਾਰਨ ਦੀਆਂ ਸਲਾਹਾਂ ਕਰੀਏ, ਤਾਂ ਇਹ ਸਮਾਂ ਮਾੜਾ ਹੋ ਜਾਏਗਾ, ਕਿਉਂਕਿ ਸਾਨੂੰ ਮਾੜੇ ਪਾਸੇ ਅਸੀਂ ਚਲੇ ਗਏ ਨਾ। ਤਾਂ ਗੁਰੂ ਜੀ ਕਹਿੰਦੇ ਨੇ ਸਮਾਂ ਉਹੀ ਚੰਗਾ ਹੈ, ਉਹ ਸੁਹਾਵਣਾ ਹੈ ਜਦੋਂ ਅਸੀਂ ਗੁਰੂ ਦੇ ਨਾਲ ਮਿਲਦੇ ਹਾਂ, ਜਦੋਂ ਸਾਨੂੰ ਗੁਰੂ ਮਿਲਿਆ, ਜਦੋਂ ਅਸੀਂ ਗੁਰੂ ਦੇ ਦੱਸੇ ਰਾਹਾਂ ਤੇ ਤੁਰੇ, ਉਹ ਸਮਾਂ ਸਫਲਾ ਹੈ। ਇਸ ਲਈ ਸਾਨੂੰ ਆਪਣੇ ਜੀਵਨ ਦਾ ਹਰ ਪਲ ਸਫਲਾ ਕਰਨਾ ਚਾਹੀਦਾ ਹੈ ਔਰ ਹਰ ਪਲ ਸਾਨੂੰ ਗੁਰੂ ਦੇ ਦੱਸੇ ਰਾਹਾਂ ਤੇ ਤੁਰਨਾ ਚਾਹੀਦਾ। ਹੋਵਾ ਸਾਧੂ ਸੰਗ ਫਿਰ ਦੁੱਖ ਨਾ ਟੇਟਿਆ। ਹੁਣ ਪਹਿਲੀ ਪੰਕਤੀ ਵਿੱਚ ਕਿਹਾ ਹੈ ਸਤਿਗੁਰ, ਕਿ ਉਹ ਸਮਾਂ ਸੁਹਾਵਣਾ ਹੈ ਜਦੋਂ ਸਾਨੂੰ ਸਤਿਗੁਰ ਮਿਲਦਾ ਹੈ। ਦੂਜੀ ਪੰਕਤੀ ਵਿੱਚ ਸ਼ਬਦ ਵਰਤ ਰਹੇ ਨੇ ਸਾਧੂ, ਹੋਵਾ ਸਾਧੂ ਸੰਗ। ਹੁਣ ਸਤਿਗੁਰ ਭੇਟਿਆ ਤੇ ਸਾਧੂ ਸੰਗ, ਹੁਣ ਸ਼ਬਦ ਸਾਧੂ ਵਰਤ ਰਹੇ ਨੇ। ਜਿਸ ਸ਼ਖਸੀਅਤ ਨੂੰ ਪਹਿਲੀ ਪੰਕਤੀ ਵਿੱਚ ਸਤਿਗੁਰ ਕਿਹਾ ਹੈ, ਦੂਜੀ ਪੰਕਤੀ ਵਿੱਚ ਉਹਨੂੰ ਹੀ ਸਾਧੂ ਕਹਿ ਰਹੇ ਨੇ। ਹੁਣ ਇੱਥੇ ਸਾਧੂ ਦਾ ਮਤਲਬ ਇਹ ਨਹੀਂ ਕਿ ਚੋਲੇ ਵਾਲੇ ਬਾਬੇ ਕੋਲ ਹੁਣ ਜਾਈਏ ਗੁਰੂ ਨੂੰ ਛੱਡ ਕੇ। ਇੱਥੇ ਸਾਧੂ ਦਾ ਮੀਨਿੰਗ ਗੁਰੂ ਹੈ। ਹੋਆ ਸਾਧੂ ਸੰਗ, ਜਦੋਂ ਗੁਰੂ ਦਾ ਮੇਲ ਹੋਇਆ ਔਰ ਜਿਸ ਨੂੰ ਵੀ ਗੁਰੂ ਦਾ ਮਿਲਾਪ ਹੋ ਗਿਆ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਿਆ, ਫਿਰ ਉਹਦਾ ਰਿਜ਼ਲਟ ਕੀ ਨਿਕਲਿਆ? ਫਿਰ ਦੁੱਖ ਨਾ ਟੇਟਿਆ। ਟੇਟਿਆ ਦਾ ਮਤਲਬ ਟੇਟੇ ਚੜਨਾ, ਟੇਟ ਵਿੱਚ ਆਉਣਾ, ਜ਼ਦ ਵਿੱਚ ਆਉਣਾ, ਉਹਦੀ ਫਾਹੀ ਦੇ ਵਿੱਚ ਆ ਜਾਣਾ। ਫਿਰ ਮਨੁੱਖ ਜਿਹੜਾ ਹੈ ਦੁੱਖਾਂ ਦੇ ਟੇਟੇ ਨਹੀਂ ਚੜਦਾ, ਦੁੱਖਾਂ ਦੀ ਜ਼ਦ ਵਿੱਚ ਨਹੀਂ ਆਉਂਦਾ, ਦੁੱਖਾਂ ਦੇ ਵਸ ਵਿੱਚ ਨਹੀਂ ਪੈਂਦਾ। ਭਾਵ ਕਿ ਉਸ ਬੰਦੇ ਤੇ ਫਿਰ ਦੁੱਖ ਨਹੀਂ ਹੁੰਦਾ, ਉਹ ਬੰਦਾ ਦੁਖੀ ਨਹੀਂ ਹੁੰਦਾ ਜਿਹੜਾ ਬੰਦੇ ਨੂੰ ਗੁਰੂ ਦਾ ਮਿਲਾਪ ਹੋ ਜਾਏ। ਰੀਜ਼ਨ ਕੀ ਹੈ? ਰੀਜ਼ਨ ਇਹ ਹੈ ਕਿ ਜਦੋਂ ਅਸੀਂ ਮਾੜੇ ਕਰਮ ਕਰਦੇ ਹਾਂ ਉਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਨੇ, ਪਰ ਜਦੋਂ ਅਸੀਂ ਗੁਰੂ ਦੇ ਦੱਸੇ ਰਾਹਾਂ ਤੇ ਤੁਰਦੇ ਹਾਂ, ਗੁਰੂ ਜੀ ਸਾਨੂੰ ਮਾੜੇ ਕਰਮਾਂ ਵੱਲੋਂ ਵਰਜਦੇ ਨੇ, ਚੰਗੇ ਕੰਮਾਂ ਨਾਲ ਜੋੜਦੇ ਨੇ, ਸਾਡੀ ਜ਼ਿੰਦਗੀ ਚੋਂ ਮਾੜੇ ਕਰਮ, ਮਾੜੀ ਸੋਚ ਖਤਮ ਹੋ ਜਾਂਦੀ ਹੈ, ਤਾਂ ਸਾਡੇ ਦੁੱਖ ਵੀ ਖਤਮ ਹੋ ਜਾਂਦੇ। ਪਾਇਆ ਨਿਹਚਲ ਥਾਨ ਫਿਰ ਗਰਭ ਨਾ ਲੇਟਿਆ। ਨਿਹਚਲ ਥਾਨ ਦਾ ਮਤਲਬ ਪੂਰਾ ਦਾ ਪੂਰਾ ਟਿਕਾਵ, ਥਾਨ ਦਾ ਮਤਲਬ ਜਗ੍ਹਾ, ਟਿਕਾਣਾ, ਅਵਸਥਾ। ਬੰਦਾ ਫਿਰ ਉਹ ਅਵਸਥਾ ਲੱਭ ਲੈਂਦਾ ਹੈ, ਮਨੁੱਖੀ ਮਨ ਉਸ ਸਟੇਜ ਤੇ ਪਹੁੰਚ ਜਾਂਦਾ ਹੈ ਜਿੱਥੇ ਫਿਰ ਇਹ ਮਨ ਨਿਹਚਲ ਹੋ ਜਾਂਦਾ ਹੈ, ਡੋਲਦਾ ਨਹੀਂ।
ਜਿੱਥੇ ਡੋਲਦਾ ਨਹੀਂ ਹੈ। ਵੱਡੇ ਵੱਡੇ ਵਿਕਾਰ ਆ ਜਾਣ, ਬੰਦਾ ਡੋਲਦਾ ਨਹੀਂ, ਨਾ ਲੱਭ ਅੱਗੇ ਨਾ ਲਾਲਚ ਅੱਗੇ, ਵਿਕਾਰਾਂ ਅੱਗੇ ਬੰਦਾ ਡੋਲਦਾ ਨਹੀਂ। ਆਮ ਕਰਕੇ ਜਿਨ੍ਹਾਂ ਦੇ ਅੰਦਰ ਆਚਰਨ ਦੀ ਪਰਪੱਕਤਾ ਨਹੀਂ ਹੈ, ਤਾਂ ਉਹ ਆਮ ਜੋ ਲੋਕ ਨੇ, ਬਹੁਤਾਤ ਗਿਣਤੀ ਲੋਕਾਂ ਦੀ ਡੋਲ ਜਾਂਦੀ ਹੈ। ਪਰਤਰੇ ਪਰਤਨ ਰੂਪ ਨੂੰ ਬੰਦਾ ਤੱਕ ਕੇ ਕਾਮੁਕ ਔਰ ਲਲਚਾਈਆਂ ਨਜ਼ਰਾਂ ਦੇ ਨਾਲ ਤੱਕਦਾ ਹੈ, ਬੰਦਾ ਆਪਣੇ ਈਮਾਨ ਤੋਂ, ਦੀਨ ਤੋਂ ਡੋਲ ਜਾਂਦਾ। ਕਈ ਵਾਰ ਬੰਦਾ ਐਸੀ ਜਗ੍ਹਾ ਤੇ ਡਿਊਟੀ ਲੱਗ ਜਾਂਦੀ ਹੈ ਕਿ ਜਿੱਥੇ ਰਿਸ਼ਵਤ ਆਦਿਕ ਲੈਣ ਦੇ ਮੌਕੇ ਨੇ, ਤਾਂ ਉੱਥੇ ਬੰਦਾ ਡੋਲ ਜਾਂਦਾ ਹੈ ਔਰ ਰਿਸ਼ਵਤ ਲੈਂਦਾ ਹੈ ਤੇ ਲੋਕਾਂ ਦੇ ਹੱਕ ਗਵਾ ਦਿੰਦਾ ਹੈ। ਬੰਦਾ ਡੋਲ ਜਾਂਦਾ ਹੈ ਝੂਠ ਆਦਿਕ ਬੋਲ ਕੇ, ਲੇਕਿਨ ਜਦੋਂ ਗੁਰੂ ਦਾ ਮਿਲਾਪ ਹੋ ਜਾਏ ਨਾ, ਫਿਰ ਬੰਦਾ ਡੋਲਦਾ ਨਹੀਂ। ਫਿਰ ਉਹਦਾ ਚਿੱਤ ਸੱਚ ਦੇ ਨਾਲ ਜੁੜ ਜਾਂਦਾ ਹੈ, ਨਿਹਚਲ ਹੋ ਜਾਂਦਾ ਹੈ। ਤੇ ਜਿਹੜਾ ਨਿਹਚਲ ਹੋ ਗਿਆ, ਫਿਰ ਗਰਭ ਨਾ ਲੇਟਿਆ। ਇੱਥੇ ਗਰਭ ਦਾ ਮਤਲਬ ਹੈ ਅੱਗ, ਅੱਗ ਵਿੱਚ। ਲੇਟਿਆ ਦਾ ਮਤਲਬ ਲੇਟਣਾ, ਪੈਣਾ। ਫਿਰ ਉਹ ਦੁੱਖਾਂ ਦੀ ਅੱਗ ਵਿੱਚ ਨਹੀਂ ਪੈਂਦਾ, ਫਿਰ ਉਹ ਵਿਕਾਰਾਂ ਦੀ ਅੱਗ ਵਿੱਚ ਨਹੀਂ ਪੈਂਦਾ। ਚਾਰ ਤਰ੍ਹਾਂ ਦੀਆਂ ਅੱਗਾਂ ਨੇ ਨਾ ਬਾਣੀ ਵਿੱਚ। ਵੈਸੇ ਤਾਂ ਅਨੇਕਾਂ ਵਿਕਾਰ ਸਾਰੇ ਅੱਗ ਹੀ ਨੇ, ਪਰ ਮੁੱਖ ਚਾਰ ਨੇ, ਜਿਵੇਂ ਹੰਸ, ਹੇਤ, ਲੋਭ, ਕੋਪ। ਚਾਰੇ ਨਦੀਆਂ ਅੱਗ, ਭਵੇਂ ਦਰਜ ਹੈ ਨਾਨਕਾ, ਤਰੀਏ ਕਰਮੀ ਲੱਗ। ਹਿੰਸਾ ਹੈ ਲੋਕਾਂ ਨੂੰ ਕਤਲ ਕਰਨਾ, ਹਿੰਸਾ ਹੈ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕਰਨਾ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਵਿਕਾਰ ਨੇ। ਫਿਰ ਇਹਨਾਂ ਅੱਗਾਂ ਦੇ ਵਿੱਚ ਬੰਦਾ ਨਹੀਂ ਪੈਂਦਾ, ਫਿਰ ਇਹਨਾਂ ਵਿਕਾਰਾਂ ਦੀ ਅੱਗ ਤੋਂ ਉਹ ਬਚ ਜਾਂਦਾ। ਨਦਰੀ ਆਇਆ ਇੱਕ ਸਗਲ ਬ੍ਰਹਮੇਟਿਆ। ਬ੍ਰਹਮੇਟਿਆ ਦਾ ਮਤਲਬ ਬ੍ਰਹਮ, ਅਟਿਆ ਦਾ ਮਤਲਬ ਹੁੰਦਾ ਹੈ ਮਿਲਿਆ ਹੋਇਆ। ਤਾਂ ਉਹਨੂੰ ਫਿਰ ਇੱਕ ਥਾਂ ਦੇ ਇੱਕ ਪ੍ਰਭੂ ਹੀ ਚਾਰ ਚੁਫੇਰੇ ਦਿਸਦਾ ਹੈ। ਉਹਦੀ ਬਾਹਰ ਵੱਲੋਂ ਨਜ਼ਰ ਖਤਮ ਹੋ ਜਾਂਦੀ ਹੈ ਬਾਹਰੀ, ਉਹਨੂੰ ਹਰ ਥਾਂ ਦੇ ਉੱਤੇ ਫਿਰ ਇੱਕ ਰੱਬ ਹੀ ਨਜ਼ਰੀ ਪੈਂਦਾ ਹੈ। ਚਾਰ ਚੁਫੇਰੇ ਇੱਕ ਪ੍ਰਭੂ ਹੀ ਦਿਸਦਾ ਹੈ। ਇਹਨੂੰ ਦਿਸੇਗਾ ਜਿਹਨੂੰ ਗੁਰੂ ਮਿਲ ਗਿਆ, ਜਿਹਦਾ ਮਨ ਟਿਕਾਣੇ ਤੇ ਆ ਗਿਆ, ਜੋ ਵਿਕਾਰਾਂ ਨਾਲੋਂ ਹਟ ਗਿਆ, ਜੋ ਰੱਬੀ ਗੁਣਾਂ ਦੇ ਨਾਲ ਜੁੜ ਗਿਆ, ਜਿਸ ਨੇ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ, ਤਾਂ ਫਿਰ ਉਹਨੂੰ ਚਾਰ ਚੁਫੇਰੇ ਇੱਕ ਬ੍ਰਹਮ ਹੀ ਬ੍ਰਹਮ ਨਜ਼ਰੀ ਪੈਂਦਾ। ਫਿਰ ਉਹਦਾ ਇਹ ਭੁਲੇਖਾ ਨਿਕਲ ਜਾਂਦਾ ਹੈ ਕਿ ਇਹ ਸੰਸਾਰ ਵੱਖਰਾ ਹੈ ਤੇ ਨਿਰੰਕਾਰ ਵੱਖਰਾ ਹੈ। ਫਿਰ ਉਹਨੂੰ ਸਮਝ ਪੈ ਜਾਂਦੀ ਹੈ, ਜੋ ਗੁਰੂ ਪਾਤਸ਼ਾਹ ਸਾਨੂੰ ਬਾਣੀ ਵਿੱਚ ਸਮਝਾਉਂਦੇ ਨੇ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਉਹਨੂੰ ਇਹ ਵਿਸ਼ਵ, ਇਹ ਸੰਸਾਰ ਫਿਰ ਰੱਬ ਦਾ ਰੂਪ ਹੀ ਨਜ਼ਰੀ ਪੈਂਦਾ ਹੈ। ਉਹਨੂੰ ਫਿਰ ਕੋਈ ਆਪਣਾ, ਕੋਈ ਬੇਗਾਨਾ ਨਹੀਂ ਦਿਸਦਾ, ਸਗੋਂ ਸਭ ਮੈਂ ਹੈ ਜੋਤ, ਜੋਤ ਹੈ ਸੋਏ ਵਾਲੀ ਉਹਦੀ ਸੋਚ ਬਣ ਜਾਂਦੀ ਹੈ। ਫਿਰ ਜੋ ਦਿਸ ਹੈ ਸੋ ਤੇਰਾ ਰੂਪ ਵਾਲੀ ਉਹਦੀ ਸੋਚ ਹੁੰਦੀ ਹੈ। ਜੋ ਵੀ ਦਿਸਦਾ ਹੈ ਉਸ ਨੂੰ ਪ੍ਰਭੂ ਦਾ ਰੂਪ ਨਜ਼ਰੀ ਪੈਂਦਾ ਹੈ। ਫਿਰ ਉਹ ਸਾਰਿਆਂ ਦੇ ਨਾਲ ਪਿਆਰ ਸਤਿਕਾਰ ਵਾਲਾ ਵਤੀਰਾ ਕਰਦਾ ਹੈ, ਕਿਉਂਕਿ ਉਹਨੂੰ ਸਾਰਿਆਂ ਦੇ ਅੰਦਰ ਇੱਕ ਪ੍ਰਭੂ ਨਜ਼ਰੀ ਪੈ ਰਿਹਾ ਹੈ। ਤਤ ਗਿਆਨ ਲਾਏ ਧਿਆਨ, ਦ੍ਰਿਸ਼ਟ ਸਮੇਟਿਆ। ਦ੍ਰਿਸ਼ਟ ਸਮੇਟਿਆ ਦਾ ਮਤਲਬ ਕਿ ਆਪਣੀ ਨਜ਼ਰ ਨੂੰ, ਆਪਣੇ ਮਨ ਨੂੰ ਉਹ ਚਾਰ ਚੁਫੇਰਿਆਂ ਤੋਂ ਸਮੇਟ ਲੈਂਦਾ। ਹੁਣ ਸਾਡਾ ਮਨ ਚਾਰ ਚੁਫੇਰੇ ਦੌੜ ਰਿਹਾ ਹੈ ਨਾ, ਵਿਕਾਰਾਂ ਵਿੱਚ, ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ, ਹੰਕਾਰ ਵਿੱਚ, ਕਿੱਧਰ ਕਿੱਧਰ ਮਨ ਦੌੜਦਾ ਫਿਰਦਾ ਹੈ। ਮਨ ਦੇ ਅੰਦਰ ਕਿੰਨੇ ਕਿੰਨੇ ਵਿਚਾਰ ਨੈਗੇਟਿਵ ਆਉਂਦੇ ਨੇ। ਲਾਏ ਧਿਆਨ ਦਾ ਮਤਲਬ ਇੱਥੇ ਮੈਡੀਟੇਸ਼ਨ ਨਹੀਂ ਹੈ, ਇੱਥੇ ਧਿਆਨ ਦਾ ਮਤਲਬ ਹੈ ਲਗਨ। ਗੁਰੂ ਦੇ ਚਰਨਾਂ ਦੇ ਨਾਲ ਲਗਨ ਲਾ ਕੇ, ਗੁਰੂ ਦੇ ਦਿੱਤੇ ਵੇ ਆਫ ਲਾਈਫ ਦੇ ਨਾਲ ਲਗਨ ਲਗਾ ਕੇ, ਆਪਣੇ ਧਿਆਨ ਨੂੰ ਚਾਰ ਚਫੇਰਿਓਂ ਸਮੇਟ ਕੇ, ਫਿਰ ਉਹਨੂੰ ਕੀ ਮਿਲਦਾ ਹੈ? ਤਤ ਗਿਆਨ। ਉਹਨੂੰ ਅਸਲੀਅਤ ਵਾਲੀ, ਗਿਆਨ ਵਾਲੀ ਬੁੱਧੀ ਮਿਲ ਜਾਂਦੀ ਹੈ। ਤਤ ਗਿਆਨ, ਅਸਲ ਜਾਣਨ ਵਾਲੀ ਗੱਲ ਇਹ ਹੈ ਕਿ ਆਪਣੀ ਨਜ਼ਰ ਨੂੰ ਸਭ ਪਾਸੋਂ ਸਮੇਟ ਕੇ ਉਹ ਇੱਕ ਹਰੀ ਦੇ ਨਾਲ ਜੁੜ ਜਾਂਦਾ ਹੈ ਔਰ ਉਹਨੂੰ ਅਸਲ ਉੱਚੀ ਸਮਝ ਮਿਲ ਜਾਂਦੀ ਹੈ। ਤਤ ਗਿਆਨ ਮਿਲ ਜਾਂਦਾ ਹੈ, ਸਭ ਤੋਂ ਉੱਚੀ ਸਮਝ ਮਿਲ ਜਾਂਦੀ ਹੈ। ਉਹਨੂੰ ਕਾਮਨ ਸੈਂਸ ਮਿਲ ਜਾਂਦੀ ਹੈ, ਉਹਨੂੰ ਵਿਵੇਕ ਬੁੱਧ ਮਿਲ ਜਾਂਦੀ ਹੈ। ਉਹਨੂੰ ਇਹ ਸਮਝ ਆ ਜਾਂਦੀ ਹੈ ਕੀ ਸੱਚ ਹੈ, ਕੀ ਝੂਠ ਹੈ, ਕੀ ਆਤਮ, ਕੀ ਅਨਾਤਮ, ਕੀ ਧਰਮ, ਕੀ ਅਧਰਮ, ਕੀ ਪੁੰਨ, ਕੀ ਪਾਪ, ਕੀ ਹਾਨੀ ਔਰ ਲਾਭ। ਇਹਨਾਂ ਦੇ ਵਿੱਚੋਂ ਨਖੇੜਾ ਕਰਨ ਜੋਗਾ ਹੋ ਜਾਂਦਾ ਹੈ। ਉਹਨੂੰ ਸੱਚ ਦੀ ਸਮਝ ਆ ਜਾਂਦੀ ਹੈ। ਉਹਦੀ ਜ਼ਿੰਦਗੀ ਚੋਂ ਭਰਮ ਔਰ ਅਗਿਆਨਤਾ ਮਿਟ ਜਾਂਦੀ ਹੈ ਜਦੋਂ ਉਹ ਚਾਰ ਚਫੇਰਿਓਂ ਆਪਣੀ ਸੁਰਤ ਨੂੰ ਸਮੇਟ ਕੇ
ਗੁਰੂ ਦੀ ਪਾਵਨ ਬਾਣੀ ਨਾਲ ਲਾਂਦਾ ਹੈ, ਰੱਬੀ ਗਿਆਨ ਦੇ ਨਾਲ ਜੁੜਦਾ ਹੈ, ਰੱਬੀ ਰਜ਼ਾ ਦੇ ਨਾਲ ਜੁੜਦਾ ਹੈ, ਤਾਂ ਫਿਰ ਉਹਨੂੰ ਉੱਚੀ ਸੂਝ ਔਰ ਸਮਝ ਮਿਲਦੀ ਹੈ। ਸਭੋ ਜਪੀਐ ਜਾਪ ਜੇ ਮੁਖੋਂ ਬੋਲੇਟਿਆ। ਉਹ ਜੋ ਕੁਛ ਵੀ ਮੂੰਹ ਬੋਲਦਾ ਹੈ ਉਹ ਪ੍ਰਭੂ ਦੀ ਸਿਫਤ ਸਲਾਹ ਹੀ ਬੋਲਦਾ ਹੈ। ਸਭੋ ਜਪੀਐ ਜਾਪ ਯਾਨੀ ਜੋ ਕੁਛ ਵੀ ਉਹ ਬੋਲ ਰਿਹਾ ਹੁੰਦਾ ਨਾ ਜ਼ਬਾਨ ਤੋਂ, ਜੇ ਮੁਖੋਂ ਬੋਲੇਟਿਆ, ਜੋ ਜ਼ਬਾਨ ਤੋਂ ਬੋਲਦਾ ਹੈ ਉਹ ਰੱਬ ਦੀ ਸਿਫਤ ਸਲਾਹ ਹੀ ਹੁੰਦੀ ਹੈ। ਜਪੀਐ ਜਾਪ ਦਾ ਮਤਲਬ ਰੱਬ ਦੀ ਸਿਫਤ ਸਲਾਹ, ਰੱਬ ਦੇ ਹੁਕਮ ਦੀ ਗੱਲ, ਕਿਉਂਕਿ ਉਹਨੇ ਗੁਣਾਂ ਦੀ ਗੱਲ ਕਰਨੀ, ਉਹਨੇ ਰਜ਼ਾ ਦੀ ਗੱਲ ਕਰਨੀ ਹੈ, ਉਹਨੇ ਸਕਾਰਾਤਮਕ ਸੋਚ ਦੇਣੀ ਹੈ। ਉਹਨੇ ਕਿਸੇ ਨੂੰ ਇਹ ਕਹਿਣਾ ਹੀ ਨਹੀਂ ਕਿ ਮੰਦਾ ਕੰਮ ਕਰੋ। ਉਹ ਜੋ ਬੋਲੇਗਾ ਸੱਚ ਬੋਲੇਗਾ, ਉਹਦੇ ਬੋਲਾਂ ਵਿੱਚ ਪਿਆਰ ਹੋਏਗਾ, ਉਸ ਦੇ ਬੋਲਾਂ ਵਿੱਚ ਸਮਾਜ ਸੁਧਾਰ ਦੀ ਗੱਲ ਹੋਏਗੀ, ਉਹਦੇ ਬੋਲਾਂ ਵਿੱਚ ਦਇਆ ਹੋਏਗੀ, ਉਹਦੇ ਬੋਲਾਂ ਵਿੱਚ ਵਿਕਾਸ ਹੋਏਗਾ, ਉਹਦੇ ਬੋਲਾਂ ਵਿੱਚ ਵਿਗਾਸਤਾ ਹੋਏਗੀ। ਇਸ ਲਈ ਜੋ ਕੁਛ ਉਹ ਬੋਲ ਰਿਹਾ ਹੋਏਗਾ ਉਹ ਰੱਬ ਦੀ ਸਿਫਤ ਸਲਾਹ ਹੀ ਕਰ ਰਿਹਾ ਹੋਏਗਾ। ਉਹਨੂੰ ਕੁਛ ਵੱਖਰਾ ਉਚੇਚ ਕਰਨ ਦੀ ਲੋੜ ਨਹੀਂ ਪੈਣੀ। ਆਮ ਅਸੀਂ ਪੜ੍ਹਦੇ ਹਾਂ ਨਾ ਕਿ ਸੱਚ ਬੋਲਣ ਦਾ ਇੱਕ ਲਾਭ ਹੈ, ਇੱਕ ਫਾਇਦਾ ਹੈ ਬਹੁਤ ਵੱਡਾ ਸੱਚ ਬੋਲਣ ਦਾ, ਕਿ ਯਾਦ ਨਹੀਂ ਰੱਖਣਾ ਪੈਂਦਾ ਵੀ ਮੈਂ ਕਿਹਦੇ ਕੋਲ ਕੀ ਕਿਹਾ ਸੀ ਤੇ ਹੁਣ ਮੈਂ ਕੀ ਕਹਿਣਾ ਹੈ। ਯਾਦ ਨਹੀਂ ਰੱਖਣਾ ਪੈਂਦਾ। ਸੱਚ ਬੋਲਣ ਦਾ ਇਹ ਲਾਭ ਹੈ, ਕਿਉਂਕਿ ਜਦੋਂ ਬੋਲੋਗੇ ਸੱਚ ਹੀ ਬੋਲੋਗੇ। ਤੇ ਜੇ ਤੁਸੀਂ ਝੂਠ ਬੋਲ ਲਿਆ ਹੈ ਨਾ, ਫਿਰ ਤਾਂ ਦਿਮਾਗ ਨੂੰ ਬਹੁਤ ਘੁਮਾਉਣਾ ਪੈਣਾ ਤੇ ਕਿਹੜੇ ਬੰਦੇ ਅੱਗੇ ਮੈਂ ਕਿਹੜਾ ਝੂਠ ਬੋਲਿਆ ਸੀ, ਕਿਹਨੂੰ ਕੀ ਕਿਹਾ ਸੀ। ਮੰਨ ਲਓ ਮੈਂ ਬਾਜ਼ਾਰ ਗਿਆ ਤੇ ਇੱਕ ਵੀਰ ਨੇ ਮੇਰੇ ਤੋਂ ਪੁੱਛਿਆ ਵੀ ਕਿੱਥੇ ਗਿਆ ਸੀ। ਇੱਕ ਨੂੰ ਤੇ ਮੈਂ ਕਿਹਾ ਮੈਂ ਸਬਜ਼ੀ ਲੈਣ ਗਿਆ ਸੀ, ਦੂਜੇ ਨੂੰ ਮੈਂ ਕਹਿ ਬੈਠਾ ਵੀ ਮੈਂ ਕੱਪੜੇ ਲੈਣ ਗਿਆ ਸੀ, ਤੀਜੇ ਨੂੰ ਕਹਿ ਬੈਠਾ ਮੈਂ ਡਾਕਟਰ ਕੋਲ ਗਿਆ ਸੀ, ਤੇ ਚੌਥੇ ਨੂੰ ਕਹਿ ਦਿੱਤਾ ਮੈਂ ਗੁਰਦੁਆਰੇ ਗਿਆ ਸੀ ਤੇ ਗਿਆ ਸਾਂ ਫਿਲਮ ਵੇਖਣ। ਹੁਣ ਦੁਬਾਰਾ ਫਿਰ ਕੋਈ ਪੁੱਛੇ ਵੀ ਕੱਲ ਕਿੱਧਰ ਫਿਰਦਾ ਸੈਂ, ਤੇ ਹੁਣ ਮੈਨੂੰ ਯਾਦ ਰੱਖਣਾ ਪੈਗਾ ਯਾਰ ਇਹਨੂੰ ਗੁਰਦੁਆਰੇ ਕਿਹਾ ਸੀ ਕਿ ਕੱਪੜੇ ਵਾਲੀ ਦੁਕਾਨ ਤੇ ਕਿਹਾ ਸੀ। ਕਿੰਨਾ ਹੁਣ ਸਟ੍ਰੈਸ ਹੈ ਨਾ। ਤੇ ਹੋ ਸਕਦਾ ਹੈ ਉਹਨੂੰ ਮੈਂ ਕਹਿ ਦਿਆਂ ਮੈਂ ਤੇ ਕੱਪੜਾ ਖਰੀਦਣ ਗਿਆ ਸੀ, ਤੇ ਕੱਲ ਤੇ ਤੂੰ ਮੈਨੂੰ ਕਹਿੰਦਾ ਮੈਂ ਸਬਜ਼ੀ ਲੈਣ ਗਿਆ ਸਾਂ। ਗੜਬੜ ਹੋ ਗਈ ਨਾ। ਤਾਂ ਇਸ ਲਈ ਜਿਹੜਾ ਰੱਬ ਦਾ ਪਿਆਰਾ ਹੈ ਉਹ ਸੱਚ ਬੋਲਦਾ ਹੈ ਤੇ ਉਹ ਸਿਫਤ ਸਲਾਹ ਦੀ ਗੱਲ ਹੀ ਕਰਦਾ ਹੈ। ਸੱਚ ਬੋਲਣ ਦਾ ਇੱਕ ਲਾਭ ਹੈ ਕਿ ਤੁਹਾਨੂੰ ਕੁਝ ਯਾਦ ਨਹੀਂ ਰੱਖਣਾ ਪੈਣਾ ਵੀ ਮੈਂ ਕੱਲ ਕੀ ਬੋਲਿਆ ਸੀ ਤੇ ਹੁਣ ਮੈਂ ਕੀ ਬੋਲਣਾ ਹੈ, ਕਿਉਂਕਿ ਸੱਚ ਬੋਲਣਾ ਤੇ ਸੱਚ ਨੇ ਇੱਕ ਹੀ ਰਹਿਣਾ। ਇਸ ਲਈ ਗੁਰੂ ਜੀ ਕਹਿੰਦੇ ਨੇ ਜੋ ਰੱਬ ਦਾ ਪਿਆਰਾ ਹੈ, ਜੋ ਕੁਝ ਉਹ ਮੁਖੋਂ ਬੋਲਦਾ ਹੈ ਉਹ ਸਿਫਤ ਸਲਾਹ ਦੀ ਗੱਲ ਕਰਦਾ ਹੈ, ਉਹ ਸੱਚ ਬੋਲਦਾ ਹੈ, ਉਹ ਗੁਣਾਂ ਦੀ ਗੱਲ ਕਰਦਾ ਹੈ। ਹੁਕਮੇ ਬੁੱਝ ਨਿਹਾਲ ਸੁਖ ਸੁਖੇਟਿਆ। ਸੁਖ ਸੁਖੇਟਿਆ ਦਾ ਮਤਲਬ ਹੈ ਸੁਖੀ ਹੀ ਸੁਖੀ, ਸੁਖ ਅਟਿਆ, ਸੁਖ ਦੇ ਵਿੱਚ ਮਿਲਿਆ ਹੋਇਆ। ਹੁਕਮੇ ਬੁੱਝ, ਹੁਕਮੇ ਦਾ ਮਤਲਬ ਰਜ਼ਾ, ਬੁੱਝ ਦਾ ਮਤਲਬ ਬੁੱਝ ਕੇ, ਸਮਝ ਕੇ, ਉਹਦੇ ਮੁਤਾਬਕ ਜ਼ਿੰਦਗੀ ਜੀ ਕੇ। ਨਿਹਾਲ ਦਾ ਮਤਲਬ ਖੁਸ਼ ਰਹਿੰਦਾ ਹੈ, ਹਰ ਵਕਤ ਖਿੜੇ ਮੱਥੇ ਹੈ। ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਹ ਹਮੇਸ਼ਾ ਖਿੜੇ ਮੱਥੇ ਰਹਿੰਦਾ ਹੈ। ਐਸੇ ਲੋਕਾਂ ਦੇ ਚਿਹਰੇ ਤੇ ਮੱਥੇ ਤੇ ਕਦੇ ਤਿਊੜੀਆਂ ਨਹੀਂ ਵੇਖੋਗੇ ਤੁਸੀਂ। ਜਿਹੜੇ ਰੱਬ ਦੇ ਪਿਆਰੇ ਨੇ, ਰੱਬੀ ਰਜ਼ਾ ਵਿੱਚ ਤੁਰਨ ਵਾਲੇ ਨੇ ਨਾ, ਉਹਨਾਂ ਦੇ ਚਿਹਰੇ ਤੇ ਕਦੇ ਤਿਊੜੀਆਂ ਨਹੀਂ ਵੇਖੋਗੇ। ਉਹਨਾਂ ਦੇ ਚਿਹਰੇ ਤੇ ਮੁਸਕਾਨ ਹੋਏਗੀ, ਉਹਨਾਂ ਦੇ ਚਿਹਰੇ ਤੇ ਖੁਸ਼ੀ ਹੋਏਗੀ। ਉਹ ਹਮੇਸ਼ਾ ਖੁਸ਼ ਹੋਣਗੇ, ਚੜ੍ਹਦੀ ਕਲਾ ਵਿੱਚ ਹੋਣਗੇ। ਸੁਖ ਸੁਖੇਟਿਆ ਦਾ ਮਤਲਬ ਉਹ ਬੰਦਾ ਸੁਖੀ ਹੀ ਸੁਖੀ ਰਹੇਗਾ ਜਿਸ ਨੇ ਹੁਕਮ ਨੂੰ ਸਮਝ ਲਿਆ, ਜੋ ਹੁਕਮ ਅਨੁਸਾਰ ਜ਼ਿੰਦਗੀ ਜੀ ਰਿਹਾ ਹੈ। ਹੁਕਮ, ਰਜ਼ਾ, ਭਾਣਾ, ਲੇਖ ਮੀਨਸ ਸਿਸਟਮ। ਜੋ ਸਿਸਟਮ ਨੂੰ ਸਮਝ ਲੈਂਦਾ ਹੈ, ਕੁਦਰਤ ਦੇ ਸਿਸਟਮ ਨੂੰ, ਰੱਬ ਦੀ ਰਜ਼ਾ ਭਾਣੇ ਨੂੰ, ਉਹਦੇ ਮੁਤਾਬਕ ਜ਼ਿੰਦਗੀ ਜੀਂਦਾ ਹੈ, ਫਿਰ ਉਹ ਖੁਸ਼ ਹੀ ਖੁਸ਼ ਹੈ। ਕੁਦਰਤ ਵਿੱਚ ਵੀ ਖੁਸ਼ ਹੈ, ਸਮਾਜ ਵਿੱਚ ਵੀ ਖੁਸ਼ ਹੈ, ਪਰਿਵਾਰ ਵਿੱਚ ਵੀ ਖੁਸ਼ ਹੈ, ਇਕੱਲਾ ਹੈ ਤਾਂ ਵੀ ਖੁਸ਼ ਹੈ, ਕਿਉਂਕਿ ਉਹਨੇ ਨਿਯਮ ਨੂੰ ਸਮਝ ਲਿਆ ਨਾ। ਹੁਣ ਜੇ ਇਸ ਚੀਜ਼ ਨੂੰ ਅਸੀਂ ਆਪਣੇ ਘਰ ਪਰਿਵਾਰਾਂ ਵਿੱਚ ਵਰਤੀਏ, ਮੈਂ ਵੀ ਔਰ ਮੇਰੇ ਪਰਿਵਾਰ ਦੇ ਮੈਂਬਰ ਵੀ ਜੇ ਹੁਕਮ ਦੇ ਵਿੱਚ ਰਹਿਣ, ਜਿਹੜਾ ਸਿਸਟਮ ਹੈ ਉਹਦੇ ਵਿੱਚ ਰਹਿਣ, ਤੇ ਸਾਡੇ ਘਰ ਪਰਿਵਾਰ ਵਿੱਚ ਕੋਈ ਕਲੇਸ਼ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਤੇ ਜੇ ਸਾਡੇ ਪਰਿਵਾਰ ਦੇ ਮੈਂਬਰ ਹੁਕਮ ਵਿੱਚ ਨਹੀਂ, ਸਿਸਟਮ ਵਿੱਚ ਨਹੀਂ, ਤਾਂ ਸਾਡੇ ਪਰਿਵਾਰ ਦੇ ਅੰਦਰ ਦੁਨੀਆ ਦੀ ਕੋਈ ਤਾਕਤ ਆਣ ਕੇ ਸਾਡੇ ਘਰ ਸੁਖ ਸ਼ਾਂਤੀ ਪੈਦਾ ਨਹੀਂ ਕਰ ਸਕਦੀ। ਅਸੂਲ ਨੇ ਨਾ ਹਰ ਚੀਜ਼ ਦੇ। ਜਿਹੜਾ ਇਹਨਾਂ ਚੀਜ਼ਾਂ ਨੂੰ ਫੋਲੋ ਕਰੇਗਾ ਸੁਖੀ ਉਹ ਰਹੇਗਾ। ਨਿਰੀਆਂ ਗੱਲਾਂ ਕਰਨ ਵਾਲਾ ਤੇ ਨਹੀਂ ਨਾ। ਅਗਲਾ ਬਚਨ ਕਰਦੇ ਨੇ, ਪਰਖ ਖਜ਼ਾਨੇ ਪਾਏ ਸੇ ਬਹੁੜ ਨਾ ਖੂਟਿਆ। ਗੁਰੂ ਦੀ ਸ਼ਰਨ ਪੈ ਜਿਨ੍ਹਾਂ ਮਨੁੱਖਾਂ ਨੂੰ ਪਰਖ ਕੇ ਪ੍ਰਭੂ ਨੇ ਆਪਣੇ ਖਜ਼ਾਨੇ ਵਿੱਚ ਪਾ ਲਿਆ ਨਾ,
ਮੁੜ ਕੇ ਫਿਰ ਉਹ ਖੋਟੇ ਨਹੀਂ ਹੁੰਦੇ, ਫਿਰ ਉਹ ਰੱਬ ਤੋਂ ਦੂਰ ਨਹੀਂ ਜਾਂਦੇ, ਫਿਰ ਉਹ ਸੱਚੇ ਸੱਚੇ ਹੀ ਨੇ ਜਿਹੜੇ ਪਰਖ ਦੇ ਅੰਦਰ ਪੂਰੇ ਉਤਰ ਗਏ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰ ਗਏ, ਜਿਨ੍ਹਾਂ ਨੇ ਇਸ ਚੀਜ਼ ਨੂੰ ਆਪਣਾ ਗੋਲ ਬਣਾ ਲਿਆ। ਮੁੜ ਕੇ ਉਹਨਾਂ ਦੇ ਅੰਦਰ ਖੋਟ ਨਹੀਂ ਪੈਦਾ ਹੁੰਦਾ, ਜੋ ਤਨੋਂ ਮਨੋਂ ਜੁੜ ਜਾਂਦੇ ਨੇ। ਹਾਂ, ਜਿਹੜੇ ਪਖੰਡੀ ਨੇ, ਜਿਹੜੇ ਜੁੜਨ ਦਾ ਵਿਖਾਵਾ ਕਰ ਰਹੇ ਨੇ, ਹੈ ਨਹੀਂ ਜੁੜੇ ਹੋਏ, ਉਹਨਾਂ ਦਾ ਤੇ ਗੱਲ ਵੱਖਰਾ ਹੈ ਨਾ। ਲੋਕ ਧਰਮੀ ਦਿਸਣਾ ਚਾਹੁੰਦੇ ਨੇ, ਬਣਨਾ ਨਹੀਂ ਚਾਹੁੰਦੇ। ਇਹ ਦੁਨੀਆ ਵਿੱਚ ਬਹੁਤੇ ਲੋਕ ਧਰਮੀ ਦਿਸ ਰਹੇ ਨੇ, ਹੈ ਨਹੀਂ। ਧਰਮੀ ਦਿਸਣਾ ਇਹ ਤਾਂ ਬਹੁਤ ਸੌਖਾ ਹੈ, ਮੇਰੇ ਵਾਂਗੂ ਕੱਪੜੇ ਪਾ ਲਓ ਤੇ ਬਸ ਧਰਮੀ ਦਿਸਣੇ ਸ਼ੁਰੂ ਹੋ ਜਾਓਗੇ। ਕਿਸੇ ਵੀ ਧਰਮ ਦਾ ਚੋਲਾ ਪਾ ਲਓ, ਹਿੰਦੂ ਧਰਮ ਦਾ, ਸਿੱਖਾਂ ਦਾ, ਮੁਸਲਮਾਨਾਂ ਦਾ, ਈਸਾਈਆਂ ਦਾ, ਜਾਂ ਹੋਰ ਕਿਸੇ ਫਿਰਕੇ ਦਾ, ਕਿਸੇ ਵੀ ਧਰਮ ਦਾ ਬਾਹਰਲਾ ਬਾਣਾ ਪਾ ਲਓ, ਤੁਸੀਂ ਧਰਮੀ ਦਿਸਣੇ ਸ਼ੁਰੂ ਹੋ ਜਾਓਗੇ। ਧਰਮ ਦੀਆਂ ਗੱਲਾਂ ਸ਼ੁਰੂ ਕਰਨੀਆਂ ਕਰ ਦਿਓ, ਲੋਕ ਤੁਹਾਨੂੰ ਧਰਮੀ ਸਮਝਣਾ ਸ਼ੁਰੂ ਕਰ ਦੇਣਗੇ। ਪਰ ਨਿਰੀਆਂ ਗੱਲਾਂ ਕਰਕੇ ਜਾਂ ਧਾਰਮਿਕ ਕੱਪੜੇ ਪਾ ਕੇ ਕੋਈ ਧਰਮੀ ਨਹੀਂ ਹੁੰਦਾ। ਅਸਲੀ ਧਰਮੀ ਉਹ ਹੈ ਜੋ ਅੰਦਰੋਂ ਜੁੜਿਆ ਹੈ, ਜੋ ਸੱਚ ਦੇ ਨਾਲ ਜੁੜਿਆ ਹੈ, ਜਿਸ ਦੀ ਮਾਨਸਿਕਤਾ ਸੱਚੀ ਹੈ, ਜਿਸ ਦੇ ਬੋਲ ਵਿਹਾਰ ਸੱਚਾ ਹੈ, ਜਿਨੇ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕੀਤਾ ਹੋਇਆ ਹੈ। ਉਹ ਬੰਦਾ ਫਿਰ ਕਦੇ ਖੋਟ ਵਿੱਚ ਨਹੀਂ ਜਾਂਦਾ, ਉਹ ਮੁੜ ਕੇ ਡੋਲਦਾ ਨਹੀਂ। ਸਾਡੇ ਵਰਗੇ ਡੋਲ ਜਾਂਦੇ ਨੇ, ਭਾਈ ਮਤੀ ਦਾਸ ਜੀ ਫਿਰ ਡੋਲਦੇ ਨਹੀਂ, ਭਾਈ ਦਿਆਲਾ ਜੀ ਡੋਲਦੇ ਨਹੀਂ। ਤੇ ਜਿਹੜੇ ਇੱਕ ਵਾਰ ਗੁਰੂ ਦੇ ਖਜ਼ਾਨੇ ਵਿੱਚ ਪੈ ਗਏ, ਉਹ ਫਿਰ ਖੋਟੇ ਨਹੀਂ ਹੁੰਦੇ। ਹੁਣ ਜਦੋਂ ਤੱਕ ਇਹ ਦੁਨੀਆ ਹੈ, ਉਦੋਂ ਤੱਕ ਅਰਦਾਸ ਦੇ ਵਿੱਚ ਇਹ ਬਚਨ ਕਹਿ ਜਾਂਦੇ ਰਹਿਣਗੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ। ਖਰੇ ਸਨ, ਖਜ਼ਾਨੇ ਵਿੱਚ ਪੈ ਗਏ ਤੇ ਪੈ ਗਏ, ਮੁੜ ਕੇ ਉਹ ਖੋਟੇ ਨਹੀਂ ਹੁੰਦੇ, ਉਹਨਾਂ ਦੇ ਅੰਦਰ ਮੁੜ ਕੇ ਖੋਟ ਨਹੀਂ ਹੁੰਦਾ। ਸ਼ਲੋਕ ਮਹਿਲਾ ਪੰਜਵਾਂ। ਵਿਛੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ। ਇਹਨੂੰ ਵੰਜਨ ਨਹੀਂ ਪੜਨਾ, ਝੱਜਾ ਨਹੀਂ ਬੋਲਣਾ, ਨੰਨੇ ਦੀ ਆਵਾਜ਼, ਜਿਵੇਂ ਚੱਚਾ, ਛੱਛਾ, ਜੱਜਾ, ਚੱਜਾ, ਨੰਨਾ, ਵੰਜਨ। ਵਿਛੋਹੇ ਜੰਬੂਰ ਖਵੇ ਨਾ ਵੰਜਨ ਗਾਖੜੇ। ਗਾਖੜੇ ਦਾ ਮਤਲਬ ਔਖੇ, ਵਿਛੋਹੇ ਦਾ ਮਤਲਬ ਵਿਛੋੜੇ ਦੇ ਦੁੱਖ, ਤੇ ਜੰਬੂਰ ਦਾ ਮਤਲਬ ਹੁੰਦਾ ਹੈ ਜਮੂਰ, ਜਿਹਦੇ ਨਾਲ ਕਿਸੇ ਦੁਸ਼ਮਣ ਨੂੰ ਦੁੱਖ ਦੇਈਦਾ, ਕਿਸੇ ਦੂਜੇ ਬੰਦੇ ਨੂੰ ਦੁੱਖ ਦੇਈਦਾ। ਔਰ ਖਾਸ ਕਰਕੇ ਜਮੂਰ ਅਸੀਂ ਉਹਨੂੰ ਵੀ ਕਹਿ ਦਿੰਦੇ ਹਾਂ ਜਿਹਦੇ ਨਾਲ ਦੰਦ ਕੱਢੀਦਾ ਨਾ। ਪਿੰਡਾਂ ਦੇ ਡਾਕਟਰਾਂ ਕੋਲ ਹੁੰਦੇ ਸਨ ਤੇ ਜਮੂਰ ਕਹਿੰਦੇ ਨੇ, ਜਿਹਦੇ ਨਾਲ ਦੰਦ ਕੱਢੀਦਾ ਸੀ। ਤਾਂ ਇਸ ਹਥਿਆਰ ਦੇ ਨਾਲ ਦੂਜੇ ਵੈਰੀਆਂ ਨੂੰ ਤਸੀਹਾ ਦਿੰਦੇ ਸਨ ਲੋਕ, ਜਮੂਰਾਂ ਦੇ ਨਾਲ ਬੋਟੀ ਬੋਟੀ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਮਾਸ ਹੈ, ਗਰਮ ਜਮੂਰਾਂ ਦੇ ਨਾਲ ਜਲਾਦਾਂ ਨੇ ਕੁੱਟਿਆ, ਉਹਨੂੰ ਜਮੂਰ ਕਹਿੰਦੇ। ਵਿਛੋਹੇ ਦਾ ਮਤਲਬ ਹੈ ਵਿਛੋੜਾ। ਖਵੇ ਦਾ ਮਤਲਬ ਸਹਾਰਨਾ, ਖਵੇ ਨਾ ਵੰਜਨ ਦਾ ਮਤਲਬ ਸਹਾਰੇ ਨਹੀਂ ਜਾਂਦੇ। ਗਾਖੜੇ ਦਾ ਮਤਲਬ ਬੜੇ ਔਖੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਪ੍ਰਭੂ ਚਰਨਾਂ ਨਾਲੋਂ ਟੁੱਟ ਕੇ ਜਿਹੜੇ ਦੁੱਖ ਨੇ ਨਾ, ਜਿਹੜੇ ਦੁੱਖ ਸਾਡੀ ਜ਼ਿੰਦਗੀ ਵਿੱਚ ਆ ਚੰਬੜਦੇ ਨੇ, ਉਹ ਜੰਬੂਰ ਦੇ ਤਸੀਹਾਂ ਵਾਂਗ ਸਹਾਰਨੇ ਔਖੇ ਨੇ, ਸਹਾਰੇ ਨਹੀਂ ਜਾਂਦੇ। ਜਿਵੇਂ ਜਮੂਰ ਦੇ ਨਾਲ ਮਾਸ ਕੁੱਟੀਏ ਤੇ ਔਖਿਆਈ ਹੁੰਦੀ ਹੈ ਨਾ, ਐਵੇਂ ਰੱਬ ਨਾਲੋਂ ਜੇਕਰ ਵਿਛੜ ਜਾਈਏ, ਟੁੱਟ ਜਾਈਏ, ਤਾਂ ਬੰਦਾ ਐਵੇਂ ਦੁਖੀ ਹੁੰਦਾ ਹੈ, ਫਿਰ ਉਹ ਦੁੱਖ ਸਹਾਰੇ ਨਹੀਂ ਜਾਂਦੇ। ਰੱਬ ਤੋਂ ਟੁੱਟਣਾ ਜਮੂਰਾਂ ਵਾਲੇ ਦੁੱਖ ਆਪਣੀ ਜ਼ਿੰਦਗੀ ਵਿੱਚ ਪੈਦਾ ਕਰਨ ਦੇ ਬਰਾਬਰ ਹੈ। ਹੁਣ ਇਹ ਚੀਜ਼ ਥੋੜੀ ਸੋਚ ਸਮਝਣ ਵਾਲੀ ਹੈ ਕਿ ਰੱਬ ਨਾਲ ਤੇ ਅਸੀਂ ਜੁੜੇ ਆ। ਆਮ ਬੰਦਾ ਕਹਿ ਦਿੰਦਾ ਵੀ ਰੱਬ ਨਾਲ ਤੇ ਅਸੀਂ ਜੁੜੇ ਆ ਯਾਰ, ਰੋਜ਼ ਮੰਦਿਰ ਜਾਂਦੇ ਆ, ਮਸਜਿਦ ਜਾਂਦੇ ਆ, ਗੁਰਦੁਆਰੇ ਸਾਹਿਬ ਜਾਂਦੇ ਆ, ਜਾਂ ਗਿਰਜੇ ਜਾਂਦੇ ਆ, ਜਿਵੇਂ ਜਿਸ ਧਰਮ ਸਥਾਨ ਨੂੰ ਕੋਈ ਮੰਨਦਾ ਅਸੀਂ ਜਾਂਦੇ ਆ, ਸਵੇਰੇ ਉੱਠ ਕੇ ਬਾਣੀ ਪੜ੍ਹਦੇ ਆ, ਜਾਂ ਜੋ ਵੀ ਕੁਛ ਕਰ ਰਿਹਾ ਹੈ, ਰੱਬ ਨਾਲ ਤੇ ਅਸੀਂ ਜੁੜੇ ਆ। ਵੀਰਵਾਰ ਅਸੀਂ ਮਾਂ ਦੇ ਛੋਲਿਆਂ ਦੀ ਦਾਲ ਵੀ ਲੈ ਕੇ ਜਾਂਦੇ ਆ, ਸ਼ਨੀਵਾਰ ਅਸੀਂ ਕਾਲੇ ਛੋਲਿਆਂ ਦਾ ਪੈਕਟ ਵੀ ਚੜਾ ਕੇ ਆਉਂਦੇ ਆ, ਮੰਗਲਵਾਰ ਅਸੀਂ ਕੇਲੇ ਲੈ ਕੇ ਜਾਂਦੇ ਆ, ਪੀਲੇ, ਬੂੰਦੀ ਲੈ ਜਾਂਦੇ ਆ, ਫੋਟੋਆਂ ਦੇ ਅੱਗੇ ਅਸੀਂ ਧੂਫਾਂ ਵੀ ਦਿਖਾਉਂਦੇ ਆ, ਅਸੀਂ ਬਾਬੇ ਨੂੰ ਪਕੌੜੇ ਚਾਹ ਦਾ ਭੋਗ ਵੀ ਲਵਾਉਂਦੇ ਆ। ਹੋਰ ਹੁਣ ਕੀ ਕਰੀਏ, ਰੱਬ ਨਾਲ ਜੁੜੇ ਤੇ ਆ, ਫਿਰ ਵੀ ਅਸੀਂ ਦੁਖੀ ਹਾਂ। ਰੱਬ ਨਾਲ ਜੁੜਨ ਦਾ ਮੀਨਿੰਗ ਇੱਥੇ ਇਹ ਨਹੀਂ ਹੈ ਰੱਬ ਨਾਲ ਸੁਰਤ ਨੂੰ ਜੋੜਨਾ ਹੈ, ਸੁਰਤ ਨੂੰ, ਸੋਚ, ਮੈਂਟੈਲਿਟੀ। ਤੇ ਰੱਬ ਦੇ ਨਾਲ ਜੁੜਨ ਦਾ ਮਤਲਬ ਹੈ ਸੁਰਤ ਸਾਡੀ ਸੱਚ ਦੇ ਨਾਲ ਜੁੜੀ ਹੋਵੇ, ਸੁਰਤ ਸਾਡੀ ਗੁਣਾਂ ਦੇ ਨਾਲ ਜੁੜੀ ਹੋਵੇ। ਜੋ ਮੂਲ ਮੰਤਰ ਵਿੱਚ ਗੁਣ ਦੱਸੇ ਨੇ ਨਾ, ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ, ਉਹਨਾਂ ਗੁਣਾਂ ਦੇ ਅੰਦਰ ਸਾਡੀ ਸੁਰਤ ਜੁੜੀ ਹੋਈ ਹੋਵੇ, ਉਹਨੂੰ ਕਹਿੰਦੇ ਨੇ ਰੱਬ ਦੇ ਨਾਲ ਜੁੜਨਾ।
ਤੇ ਰੱਬ ਤੋਂ ਟੁੱਟਣਾ ਇਹਨਾਂ ਗੁਣਾਂ ਨਾਲੋਂ ਟੁੱਟ ਜਾਣਾ। ਹੁਣ ਸੁਰਤ ਜੇਕਰ ਕਾਮ, ਕ੍ਰੋਧ, ਲੋਭ, ਮੋਹ ਨਾਲ ਜੁੜੀਏ ਤਾਂ ਰੱਬ ਨਾਲੋਂ ਅਸੀਂ ਟੁੱਟੇ ਹੋਏ ਹਾਂ। ਬਾਹਰੋਂ ਬੇਸ਼ੱਕ ਅਸੀਂ ਧੂਫਾਂ ਖਾਂਦੇ ਰਹੀਏ, ਬਾਹਰੋਂ ਅਸੀਂ ਜੋਤ ਕੁੰਮ ਨਾਰੀਅਲ ਚੁੱਕੀ ਫਿਰੀਏ, ਲੇਕਿਨ ਅੰਦਰੋਂ ਅਸੀਂ ਟੁੱਟੇ ਹੋਏ ਆ ਰੱਬ ਨਾਲ, ਤੇ ਅੰਦਰੋਂ ਅਸੀਂ ਜੁੜੇ ਹੋਏ ਆ ਔਗਣਾਂ ਦੇ ਨਾਲ। ਤੇ ਜਿਹੜਾ ਅੰਦਰੋਂ ਔਗਣਾਂ ਨਾਲ ਜੁੜਿਆ ਹੈ ਉਹ ਅੰਦਰੋਂ ਦੁਖੀ ਰਹੇਗਾ। ਉਹਨਾਂ ਦੁੱਖਾਂ ਨੂੰ ਸਹਾਰਨਾ ਫਿਰ ਔਖਾ ਹੋ ਜਾਂਦਾ। ਸਮਝ ਲਓ ਤੁਸੀਂ ਆਪਣੀ ਜ਼ਿੰਦਗੀ ਵਿੱਚ ਜਮੂਰ ਪੈਦਾ ਕਰ ਲਿਆ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਕੀ ਨੇ? ਇਹਨਾਂ ਨੂੰ ਸਹਾਰਨਾ ਬੜਾ ਔਖਾ ਹੈ। ਔਰ ਇਹ ਜਮੂਰ ਵੇਖੋ, ਜ਼ਿੰਦਗੀ ਵੱਲ ਵੇਖੋ। ਹਿਟਲਰ ਹੈ, ਹੁਣ ਕਿੰਨੇ ਲੋਕਾਂ ਨੂੰ ਚੈਂਬਰਾਂ ਦੇ ਅੰਦਰ ਸਾੜ ਰਿਹਾ। ਜੇ ਉਹ ਬੰਦਾ ਸੱਚ ਦੇ ਨਾਲ ਜੁੜਿਆ ਹੁੰਦਾ, ਅੰਦਰੋਂ ਰੱਬ ਨਾਲ ਜੁੜਿਆ ਹੁੰਦਾ, ਤਾਂ ਕੀ ਉਹ ਐਸਾ ਦੁਖਦਾਈ ਜੀਵਨ ਜੀਂਦਾ? ਔਰੰਗਜ਼ੇਬ ਹੈ, ਜਾਂ ਅੱਜ ਦੇ ਸਾਡੇ ਸ਼ਾਸਕ ਨੇ, ਰਾਜਨੀਤਿਕ ਲੋਕ ਨੇ ਜਿਹੜੇ ਬਹੁਤੇ, ਉਹ ਜਾਂ 84 ਦੇ ਅੰਦਰ ਜਿਵੇਂ ਸਿੱਖਾਂ ਦਾ ਕਤਲਾਮ ਕੀਤਾ ਗਿਆ, ਜੇ ਉਹ ਕਤਲਾਮ ਕਰਨ ਵਾਲੇ ਲੋਕ ਸੱਚ ਨਾਲ ਜੁੜੇ ਹੁੰਦੇ, ਦਇਆ ਨਾਲ, ਪ੍ਰੇਮ ਨਾਲ ਜੁੜੇ ਹੁੰਦੇ, ਤਾਂ ਕੀ ਉਹ ਇਹੋ ਜਿਹੇ ਕਰਮ ਕਰਦੇ? ਜੋ ਇੱਕ 2-2.5 ਸਾਲ ਦੀ ਬੱਚੀ ਦੇ ਨਾਲ ਖੇ ਖਾ ਰਿਹਾ ਹੈ, ਜਿਸ ਬੱਚੀ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਬੰਦਾ ਜਨਾਨੀ ਕਿਹਨੂੰ ਕਹਿੰਦੇ ਨੇ, ਜੇ ਉਹ ਰੱਬ ਨਾਲ ਜੁੜਿਆ ਹੁੰਦਾ ਬੰਦਾ ਤੇ ਕੀ ਐਸਾ ਕੁਝ ਕਰਦਾ? ਜੇ ਰੱਬ ਦੇ ਨਾਲ ਜੁੜਿਆ ਹੋਏ ਬੰਦਾ, ਤਾਂ ਕੀ ਆ ਕੈਮੀਕਲ ਵਾਲੇ ਦੁੱਧ ਕੋਈ ਬੰਦਾ ਤਿਆਰ ਕਰੇਗਾ, ਜਾਂ ਸਿੰਥੈਟਿਕ ਦੁੱਧ, ਸਿੰਥੈਟਿਕ ਖੋਇਆ ਜਾਂ ਡੁਪਲੀਕੇਟ ਦਵਾਈਆਂ ਐਸੇ ਕੰਮ ਕਰੇਗਾ? ਨਹੀਂ ਕਰੇਗਾ। ਤੇ ਇਹ ਹੁਣ ਦੁੱਖ ਸਹਾਰਨ ਵਾਲੇ ਐਟਮ ਬੰਬ ਬਰਸਾਣੇ। ਤਾਂ ਗੁਰੂ ਜੀ ਕਹਿੰਦੇ ਨੇ, ਜਦੋਂ ਅਸੀਂ ਸੱਚ ਨਾਲੋਂ ਟੁੱਟ ਜਾਂਦੇ ਹਾਂ, ਰੱਬ ਨਾਲੋਂ ਵਿਛੜਦੇ ਹਾਂ, ਸੁਰਤ ਬੰਦੇ ਦੀ ਸੱਚ ਨਾਲੋਂ ਟੁੱਟ ਜਾਂਦੀ ਹੈ, ਉਦੋਂ ਫਿਰ ਜਿਹੜੇ ਦੁੱਖ ਪੈਦਾ ਹੁੰਦੇ ਨੇ, ਉਹਨਾਂ ਜਮੂਰ ਦੇ ਦੁੱਖਾਂ ਦੀ ਤਰ੍ਹਾਂ ਹੁੰਦੇ ਨੇ, ਤੇ ਉਹਨਾਂ ਨੂੰ ਸਹਾਰਨਾ ਬਹੁਤ ਔਖਾ ਹੈ। ਦੇਖੋ, ਇੱਕ ਹਕੀਕਤ ਹੈ, ਸੱਚ ਨਾਲੋਂ ਟੁੱਟਣ ਕਰਕੇ ਇਹ ਦੁੱਖ ਸਾਨੂੰ ਸਹਾਰਨੇ ਪੈ ਰਹੇ ਨੇ, ਆਮ ਮਨੁੱਖਤਾ ਨੂੰ ਸਹਾਰਨੇ ਪੈ ਰਹੇ। ਬੰਦੇ ਤੋਂ ਬੰਦਾ ਦੁਖੀ ਹੈ, ਉਹ ਇਸੇ ਕਰਕੇ ਦੁਖੀ ਹੈ ਕਿ ਸੁਰਤ ਜਿਹੜੀ ਹੈ ਉਹ ਸੱਚ ਨਾਲੋਂ, ਰੱਬ ਨਾਲੋਂ, ਗੁਣਾਂ ਦੇ ਨਾਲੋਂ ਟੁੱਟੀ ਹੋਈ। ਜੇ ਸੋ ਧਣੀ ਮਿਲਨ, ਨਾਨਕ ਸੁਖ ਸੰਬੂਹ ਸੱਚ। ਸੰਬੂਹ ਦਾ ਮਤਲਬ ਸਾਰੇ, ਜੇ ਇਹਦਾ ਮਤਲਬ ਜੇਕਰ, ਸੋ ਦਾ ਮਤਲਬ ਉਹ, ਧਣੀ ਦਾ ਮਤਲਬ ਪ੍ਰਭੂ, ਸੋ ਦਾ ਮਤਲਬ ਉਹ। ਜੇ ਸੋ ਧਣੀ ਮਿਲਨ, ਜੇ ਉਹ ਪ੍ਰਭੂ ਜੀ ਮਿਲ ਪੈਣ। ਧਣੀ ਦਾ ਮਤਲਬ ਰੱਬ, ਮਿਲਨ ਦਾ ਮਤਲਬ ਮਿਲ ਪਵੇ। ਜੇ ਰੱਬ ਮਿਲ ਪਵੇ, ਰੱਬ ਜੀ ਮਿਲ ਪੈਣ, ਨਾਨਕ ਸੁਖ ਸੰਬੂਹ ਸੱਚ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਯਕੀਨਨ ਸਾਰੇ ਸੁੱਖ ਹੋ ਜਾਂਦੇ ਨੇ, ਸਾਰੇ ਸੁੱਖ ਮਿਲ ਜਾਂਦੇ ਨੇ। ਸੱਚ ਦਾ ਮਤਲਬ ਯਕੀਨਨ ਸੱਚ ਜਾਣੋ। ਜੇ ਰੱਬ ਮਿਲ ਪਵੇ ਤਾਂ ਫਿਰ ਸਾਰੇ ਸੁੱਖ ਵਰਤ ਜਾਂਦੇ ਨੇ। ਰੱਬ ਮਿਲਣ ਦਾ ਮਤਲਬ ਇਹ ਨਹੀਂ ਕਿ ਰੱਬ ਬਾਹਰ ਆਣ ਕੇ ਖਲੋਏਗਾ। ਰੱਬ ਮਿਲਣ ਦਾ ਮਤਲਬ ਜੇ ਅਸੀਂ ਅੰਦਰੋਂ ਰੱਬ ਦੇ ਗੁਣਾਂ ਨਾਲ ਜੁੜ ਜਾਈਏ, ਜੇ ਅਸੀਂ ਰੱਬੀ ਗੁਣਾਂ ਦੇ ਵਿੱਚ ਆਪਣੀ ਸੁਰਤ ਨੂੰ ਮਿਲਾ ਲਈਏ। ਸੁਰਤ ਸ਼ਬਦ ਭਵਸਾਗਰ ਤਰੀਏ, ਨਾਨਕ ਨਾਮ ਵਖਾਣਾ। ਜੇ ਗੁਣਾਂ ਦੇ ਨਾਲ ਸਾਡੀ ਸੁਰਤ ਮਿਲ ਜਾਏ, ਸਾਡੀ ਸੁਰਤ ਦੇ ਅੰਦਰ ਰੱਬੀ ਗੁਣ ਮਿਲ ਜਾਣ, ਤਾਂ ਗੁਰੂ ਜੀ ਕਹਿੰਦੇ ਨੇ ਯਕੀਨ ਜਾਣੋ ਸਾਰੇ ਸੁੱਖ ਹੋ ਜਾਂਦੇ ਨੇ, ਸਾਰੇ ਸੁੱਖ ਹੋ ਸਕਦੇ ਨੇ। ਜੇ ਸਾਡੀ ਜ਼ਿੰਦਗੀ ਵਿੱਚ ਦੁੱਖ ਨੇ ਨਾ, ਤਾਂ ਗੁਰੂ ਜੀ ਕਹਿੰਦੇ ਨੇ ਸੱਚ ਜਾਣੋ। ਜੇ ਤੁਸੀਂ ਆਪਣੀ ਮੈਂਟੈਲਿਟੀ ਦੇ ਅੰਦਰ ਗੁਣ ਵਸਾ ਲਓਗੇ, ਸਾਰੇ ਸੁੱਖ ਹੋ ਜਾਣਗੇ, ਸ਼ਾਂਤੀ ਆ ਜਾਏਗੀ। ਔਰ ਹਕੀਕਤ ਹੈ, ਇਹ ਚੀਜ਼ ਨੂੰ ਠਰਮੇ ਨਾਲ ਅਸੀਂ ਵਿਚਾਰੀਏ ਕਿ ਜੇ ਮਨੁੱਖੀ ਸੋਚ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ ਆਦਿ ਆ ਜਾਣ, ਤਾਂ ਦੁੱਖ ਵਾਲੀ ਤਾਂ ਕੋਈ ਗੱਲ ਫਿਰ ਹੈ ਹੀ ਨਹੀਂ ਨਾ। ਫਿਰ ਤਾਂ ਬੰਦਾ ਸ਼ਾਂਤ ਹੈ। ਮੈਂ ਦੁਖੀ ਕਿਉਂ ਆ? ਤੁਹਾਡੇ ਤੋਂ ਈਰਖਾ ਨਾਲ ਐਵੇਂ ਹੀ ਸੜ ਰਿਹਾ ਤਾਂ ਦੁਖੀ ਆ, ਕਿਉਂਕਿ ਅੰਦਰ ਈਰਖਾ ਹੈ, ਅੰਦਰ ਲੋਭ ਹੈ, ਅੰਦਰ ਕ੍ਰੋਧ ਹੈ, ਕਾਮ ਵਾਸਨਾਵਾਂ ਅੰਦਰ ਭਰੀਆਂ ਪਈਆਂ ਨੇ, ਤਾਂ ਮੈਂ ਦੁਖੀ ਆ। ਤੇ ਜੇ ਮੇਰੇ ਅੰਦਰ ਸਤ, ਸੰਤੋਖ ਆਦਿ ਗੁਣ ਆ ਜਾਣ ਤੇ ਮੈਂ ਸ਼ਾਂਤ ਆ। ਇਹ ਤਾਂ ਇੱਕ ਅਟਲ ਸੱਚਾਈ ਹੈ। ਕਿੰਨਾ ਸੌਖਾ ਸਾਧਨ ਗੁਰੂ ਜੀ ਸਾਨੂੰ ਸਮਝਾ ਰਿਹਾ। ਮਹਿਲਾ ਪੰਜਵਾਂ। ਜਿਮੀ ਵਸੰਦੀ ਪਾਣੀਐ, ਈਂਧਣ ਰੱਖੈ ਪਾਹੇ ਪਾਹੇ। ਇਹਨੂੰ ਈਂਧਣ ਨਹੀਂ ਪੜਨਾ, ਈਂਧਣ ਬਿੰਦੀ ਲਗਾ ਕੇ। ਈਂਧਣ ਰੱਖੈ ਪਾਹ, ਜਿਮੀ ਵਸੰਦੀ ਪਾਣੀਐ, ਈਂਧਣ ਰੱਖੈ ਪਾਹ। ਪਾਹ ਦਾ ਮਤਲਬ ਅੱਗ।
ईंधन का मतलब बालन लक्कड़, पानी का मतलब पानी विच, धरती पानी विच टिकी हुई है अते लकड़ी अग नूं अपने विच रखदी है। लकड़ी अग नूं अपने विच रख रही है, जमीन पानी दे अंदर टिकी हुई है और अडोल है, पानी नूं आसरा दे रही है, पानी धरती नूं आसरा दे रहा है। अग जिहड़ी है ਉਹ ਲੱਕੜ ਨੂੰ ਸਾੜ ਵੀ ਦਿੰਦੀ ਹੈ, ਲੱਕੜ ਦੇ ਅੰਦਰ ਵੀ ਹੈ, ਔਰ ਜੇ ਅੱਗ ਨਾ ਹੋਏ ਤੇ ਲੱਕੜ ਦਾ ਵਿਕਾਸ ਵੀ ਨਹੀਂ ਹੋਏਗਾ। ਜਿਵੇਂ ਹੁਣ ਰੁੱਖ ਦਰਖਤ ਨੇ, ਜੇ ਨਿੱਘ ਨਾ ਹੋਏ, ਟੈਂਪਰੇਚਰ ਨਾ ਹੋਏ ਤਾਂ ਕੋਈ ਬੀਜ ਉੱਗੇਗਾ ਹੀ ਨਹੀਂ। ਸਾਡੇ ਅੰਦਰ ਜੇ ਅੱਗ ਨਾ ਹੋਏ, ਟੈਂਪਰੇਚਰ ਨਾ ਹੋਏ ਤਾਂ ਸਾਡਾ ਕੋਈ ਖਾਣਾ ਪਚੇਗਾ ਹੀ ਨਹੀਂ, ਅਸੀਂ ਮਰ ਜਾਵਾਂਗੇ। ਸਾਡੇ ਅੰਦਰ ਟੈਂਪਰੇਚਰ ਕਿਸੇ ਵਿਸ਼ੇਸ਼ ਸੀਮਾ ਦੇ ਵਿੱਚ ਚਾਹੀਦਾ ਨਾ, ਜੇ ਟੈਂਪਰੇਚਰ ਜ਼ਿਆਦਾ ਹੋ ਜਾਏ, ਅਸੀਂ ਬੁਖਾਰ ਹੋ ਗਿਆ ਤਾਂ ਵੀ ਬੰਦਾ ਮਰ ਸਕਦਾ ਹੈ, ਤੇ ਜੇ ਟੈਂਪਰੇਚਰ ਡਾਊਨ ਚਲਾ ਜਾਏ ਬੰਦਾ ਤਾਂ ਵੀ ਮਰ ਜਾਂਦਾ, ਬਿਮਾਰ ਹੋ ਜਾਂਦਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਵੇਂ ਧਰਤੀ ਪਾਣੀ ਵਿੱਚ ਅਡੋਲ ਵਸਦੀ ਹੈ, ਪਾਣੀ ਨੂੰ ਆਸਰਾ ਵੀ ਦਿੰਦੀ ਹੈ, ਜਿਵੇਂ ਲੱਕੜੀ ਆਪਣੇ ਅੰਦਰ ਅੱਗ ਨੂੰ ਲੁਕਾ ਕੇ ਰੱਖਦੀ ਹੈ, ਇਸੇ ਤਰ੍ਹਾਂ ਨਾਨਕ ਸੋ ਸਹੁ ਆਹੇ ਜਾ ਕੇ ਆਢਲ ਹਬ ਕੋ। ਆਹੇ ਦਾ ਮਤਲਬ ਹੈ, ਆਢਲ ਦਾ ਮਤਲਬ ਆਸਰੇ, ਹਬ ਕੋ ਦਾ ਮਤਲਬ ਹਰੇਕ ਜੀਵ। ਗੁਰੂ ਜੀ ਕਹਿੰਦੇ ਨੇ ਹੇ ਨਾਨਕ ਤਿਵੇਂ ਉਹ ਖਸਮ ਪ੍ਰਭੂ ਜਿਹਦੇ ਆਸਰੇ ਹਰੇਕ ਜੀਵ ਹੈ, ਇਹ ਸਾਰੇ ਜਗਤ ਦੇ ਅੰਦਰ ਲੁਕਿਆ ਹੋਇਆ ਹੈ ਤੇ ਆਸਰਾ ਦੇ ਰਿਹਾ ਹੈ ਸਭ ਨੂੰ। ਜਿਵੇਂ ਧਰਤੀ ਵਿੱਚ ਪਾਣੀ ਹੈ, ਪਾਣੀ ਵਿੱਚ ਧਰਤੀ ਹੈ, ਲੱਕੜੀ ਦੇ ਅੰਦਰ ਅੱਗ ਛਿਪੀ ਹੋਈ ਹੈ, ਇਸੇ ਤਰ੍ਹਾਂ ਉਹ ਪ੍ਰਭੂ ਪੂਰੇ ਸੰਸਾਰ ਦੇ ਅੰਦਰ ਜੋ ਸਭ ਨੂੰ ਆਸਰਾ ਦੇ ਰਿਹਾ ਹੈ, ਜਿਹਦੇ ਸਹਾਰੇ ਹੈ, ਸਾਰੇ ਸੰਸਾਰ ਦੇ ਅੰਦਰ ਹੈ, ਉਹ ਵਿਆਪਕ ਹੈ, ਮੇਰੇ ਵਿੱਚ ਵੀ ਹੈ, ਤੁਹਾਡੇ ਵਿੱਚ ਵੀ ਹੈ, ਹਰ ਜੀਵ ਜੰਤ ਦੇ ਅੰਦਰ ਹੈ, ਉਹ ਐਨਰਜੀ ਰੂਪ ਦੇ ਅੰਦਰ ਹਰ ਥਾਂ ਤੇ ਹੈ, ਸਾਰਿਆਂ ਦੇ ਅੰਦਰ ਹੈ। ਹੁਣ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਲਈਏ, ਹੁਣ ਸਮਝ ਤੇ ਆਉਂਦੀਆਂ ਨੇ, ਸਮਝ ਤਾਂ ਆਉਂਦੀ, ਇਹ ਨਹੀਂ ਕਿ ਸਾਨੂੰ ਸਮਝ ਨਹੀਂ ਆਉਂਦੀ, ਗੱਲ ਤਾਂ ਇੰਪਲੀਮੈਂਟ ਕਰਨ ਦੀ ਹੈ। ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਘੱਟ ਘੱਟ ਮੈਂ ਹਰਦੂ ਬਸੇ ਪੰਕਤੀ ਸਾਨੂੰ ਸਾਰਿਆਂ ਨੂੰ ਯਾਦ ਹੈ, ਸਭ ਮੈਂ ਜੋਤ ਜੋਤ ਹੈ ਸੋਏ ਪੰਕਤੀ ਸਾਨੂੰ ਸਾਰਿਆਂ ਨੂੰ ਯਾਦ ਹੈ। ਔਰ ਇਹ ਗੱਲ ਅਸੀਂ ਸਾਰੇ ਕਹਿੰਦੇ ਹਾਂ ਜੀ ਰੱਬ ਸਰਬ ਵਿਆਪਕ ਕੇ ਹਰ ਥਾਂ ਦੇ ਉੱਤੇ ਵਸਤ ਰਿਹਾ ਹੈ, ਇਹ ਗੱਲ ਅਸੀਂ ਸਾਰੇ ਕਹਿੰਦੇ ਹਾਂ, ਇਹਨਾਂ ਵਿੱਚ ਤਾਂ ਕੋਈ ਦੋ ਰਾਏ ਹੈ ਹੀ ਨਹੀਂ, ਕਹਿ ਰਹੇ ਹਾਂ, ਪਰ ਕਹਿ ਰਹੇ ਹਾਂ ਅਮਲ ਕੌਣ ਕਰ ਰਿਹਾ ਹੈ ਇਹ ਤਾਂ ਹੁਣ ਹਰ ਬੰਦਾ ਆਪ ਹੀ ਜਾਣਦਾ ਕਿ ਕੀ ਮੈਂ ਤੁਹਾਡੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰਦਾ ਹਾਂ, ਕੀ ਮੈਂ ਇਹਨਾਂ ਗੁਣਾਂ ਤੇ ਅਮਲ ਕਰਦਾ ਹਾਂ, ਇਹਨਾਂ ਚੀਜ਼ਾਂ ਨੂੰ ਮੈਂ ਇੰਪਲੀਮੈਂਟ ਕੀਤਾ ਹੈ, ਕੀ ਮੈਂ ਆਪਣੇ ਅੰਦਰ ਵਸਦੇ ਰੱਬੀ ਗੁਣਾਂ ਨੂੰ ਵੇਖਦਾ ਹਾਂ, ਉਹਨਾਂ ਨੂੰ ਮੈਂ ਵਰਤੋਂ ਵਿੱਚ ਲਿਆਉਂਦਾ ਹਾਂ। ਫਿਰ ਤਾਂ ਮੇਰਾ ਆਤਮਿਕ ਜੀਵਨ ਠੀਕ ਹੋ ਜਾਏਗਾ, ਮੇਰੇ ਜੀਵਨ ਦੀ ਹਾਲਾਤ ਠੀਕ ਹੋ ਜਾਏਗੀ, ਮੈਂ ਸੁਖੀ ਔਰ ਸ਼ਾਂਤ ਹੋ ਜਾਵਾਂਗਾ। ਤੇ ਜੇ ਮੈਂ ਇਹਨਾਂ ਚੀਜ਼ਾਂ ਤੇ ਇੰਪਲੀਮੈਂਟ ਨਹੀਂ ਕਰਦਾ ਤਾਂ ਫਿਰ ਗੁਰੂ ਜੀ ਕਹਿੰਦੇ ਨੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕੁਸੁੱਧਾਂ ਕਾਲੀਆਂ ਬਾਹਰ ਚਿਟਵੀਆਂ, ਰੀਸਾਂ ਕਰੇ ਤਿਨਾੜੀਆਂ ਜੇ ਸੇਵੇਂ ਦਰ ਖੜੀਆਂ, ਨਾਲ ਖਸਮੇ ਰਤੀਆਂ, ਜਿਹੜੀਆਂ ਪ੍ਰਭੂ ਦੇ ਨਾਲ ਮਿਲੀਆਂ ਹੋਈਆਂ ਨੇ, ਜਿਨ੍ਹਾਂ ਦੇ ਅੰਦਰ ਰੱਬੀ ਗੁਣ ਨੇ, ਮਾਣ ਹੁੰਦਿਆਂ ਵੀ ਉਹ ਨਿਮਾਣੀਆਂ ਨੇ, ਔਰ ਰੀਸ ਮੈਂ ਉਹਨਾਂ ਦੀ ਕਰਦਾ। ਵੈਸੇ ਮੈਂ ਗੱਲੀ ਬਾਤੀ ਚੰਗਾ, ਆਚਾਰ ਮੇਰਾ ਮਾੜਾ ਹੈ, ਆਚਰਨ ਮੇਰਾ ਮਾੜਾ ਹੈ, ਤਾਂ ਫਿਰ ਤਾਂ ਪ੍ਰੋਬਲਮ ਹੈ ਨਾ। ਤਾਂ ਸਾਰੀ ਬਾਣੀ ਸਾਨੂੰ ਅਮਲ ਕਰਨ ਵਾਸਤੇ ਦਿੱਤੀ ਗਈ ਕਿ ਅਸੀਂ ਅਮਲੀ ਜ਼ਿੰਦਗੀ ਜੀਣੀ ਹੈ, ਇੰਪਲੀਮੈਂਟ ਕਰਨਾ ਹੈ ਇਹਨਾਂ ਗੁਣਾਂ ਨੂੰ, ਫਿਰ ਸਾਡਾ ਜੀਵਨ ਬਦਲੇਗਾ। ਪੌੜੀ ਤੇਰੇ ਕੀਤੇ ਕੰਮ ਤੁਧੇ ਹੀ ਗੋਚਰੇ। ਗੋਚਰੇ ਦਾ ਮਤਲਬ ਅਧੀਨ, ਪਹੁੰਚ ਵਿੱਚ, ਤੇਰੀ ਪਹੁੰਚ ਵਿੱਚ ਨੇ। हे ਪ੍ਰਭੂ ਜੋ ਜੋ ਕੰਮ ਤੂੰ ਕੀਤੇ ਨੇ ਇਹ ਤੇਰੇ ਗੋਚਰੇ ਨੇ, ਤੂੰ ਹੀ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਹੁਣ ਇਹ ਦੁਨੀਆ ਦੇ ਵਿੱਚ ਹੋਰ ਕੋਈ ਹੈ ਬੰਦਾ ਜਿਹੜਾ ਇਹੋ ਜਿਹੀ ਸ੍ਰਿਸ਼ਟੀ ਰਚ ਸਕੇ, ਜਿਹੜੀ ਆ ਕਾਇਨਾਤ ਪ੍ਰਭੂ ਨੇ ਰਚੀ ਹੈ, ਇਹੋ ਜਿਹੀ ਕਾਇਨਾਤ ਕੋਈ ਬੰਦਾ ਪੈਦਾ ਕਰ ਦੋ, ਇੱਥੇ ਖਲੋਤਾ ਖਲੋਤਾ ਫੂਕ ਮਾਰੇ ਤੇ ਰੁੱਖ ਬਣਾ ਦੇ, ਫੂਕ ਮਾਰੇ ਤੇ ਬੋੜ ਪੈਦਾ ਕਰਦੇ, ਪਿੱਪਲ ਪੈਦਾ ਕਰਦੇ, ਐਵੇਂ ਹੋ ਸਕਦਾ ਕਿ ਕੋਈ ਬਾਬਾ, ਹੁਣ ਲੋੜ ਹੈ ਨਾ ਰੁੱਖਾਂ ਦਰਖਤਾਂ ਦੀ, ਇੰਡੀਆ ਦੇ ਵਿੱਚ ਖਾਸ ਕਰਕੇ ਜ਼ਰੂਰਤ ਹੈ, ਔਰ ਹਰ ਬੰਦਾ ਇਹ ਕਹਿ ਰਿਹਾ ਹੈ ਕਿ ਪਾਣੀ ਸੰਭਾਲੋ, ਰੁੱਖ ਬਚਾਓ, ਕਿਉਂਕਿ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਨਾ ਬਚਾਇਆ
ਤਾਂ ਆਉਣ ਵਾਲੇ ਸਮੇਂ ਦੇ ਅੰਦਰ ਬਹੁਤ ਵੱਡੇ ਦੁਖਾਂਤ ਵਾਪਰਨਗੇ। ਤਾਂ ਜੇਕਰ ਕੋਈ ਕਰ ਸਕਦਾ ਹੋਵੇ ਕੰਮ ਰੱਬ ਵਰਗੇ, ਤਾਂ ਚਲੋ ਅਸੀਂ ਤਾਂ ਗ੍ਰਸਤੀਆਂ, ਸਾਨੂੰ ਤਾਂ ਪਾਪੀ ਅਪਰਾਧੀ ਜੋ ਮਰਜ਼ੀ ਕਹਿ ਲਓ, ਅਸੀਂ ਤਾਂ ਮੰਨਣ ਲਈ ਤਿਆਰ ਹਾਂ। ਪਰ ਜਿਹੜੇ ਸਾਡੇ ਬਾਬੇ ਨੇ 70-72 ਲੱਖ, ਉਹ ਕੋਈ ਮੰਤਰ ਮਾਰ ਕੇ ਇੰਡੀਆ ਦੇ ਵਿੱਚ ਰੁੱਖ ਹੀ ਪੈਦਾ ਕਰ ਦੇਣ, ਵੀ ਰਾਤ ਨੂੰ ਆਪਣਾ ਕੋਈ ਜਪ ਤਪ ਕਰਨ ਤੇ ਸਵੇਰੇ ਵੇਖਣ ਤੇ ਸੜਕਾਂ ਤੇ 4 ਚੁਫੇਰੇ ਪੈਲੀਆਂ ਦੀਆਂ ਵੱਟਾਂ ਦੇ ਉੱਤੇ ਰੁੱਖ ਹੀ ਰੁੱਖ ਲੱਗੇ ਹੋਣ। ਕਿਆ ਬਾਤ ਬਈ, ਟਾਹਲੀਆਂ, ਨਿੰਮਾਂ, ਪਿੱਪਲ, ਬੋੜ, ਕਿੱਕਰ, ਹੋਰ ਫਲਾਂ ਵਾਲੇ ਫੁੱਲਾਂ ਵਾਲੇ ਰੁੱਖ ਹੀ ਰੁੱਖ ਹੋਏ ਹੋਣ। ਕੀ ਕੋਈ ਕੰਮ ਐਸਾ ਕਰ ਸਕਦਾ? ਨਹੀਂ ਕਰ ਸਕਦਾ। ਹਾਂ, ਇਹ ਪੁੱਟ ਸਕਦੇ ਨੇ। ਦੂਜੀ ਗੱਲ, ਪਾਣੀ ਸੀ ਨਾ ਖੂਹਾਂ ਦੇ ਵਿੱਚ, 10-10, 12-12 ਫੁੱਟ ਪਾਣੀ ਹੁੰਦਾ ਸੀ। ਬਾਲਟੀਆਂ ਨਾਲ ਖੂਹਾਂ ਤੋਂ ਪਾਣੀ ਭਰ ਕੇ ਲਿਆਈ ਤਾਂ ਅਸੀਂ ਰਹਿਤ ਹੁੰਦੇ ਸੀ, ਤੇ 15-16 ਫੁੱਟ ਤੱਕ ਹੁੰਦਾ ਸੀ ਪਾਣੀ। 8-10 ਫੁੱਟ ਆ ਜਾਂਦਾ ਸੀ, 15-16 ਫੁੱਟ ਡੂੰਘੇ ਖੂਹ ਹੁੰਦੇ ਸੀ। ਖੂਹ ਚੱਲਦੇ ਜਾਂਦੇ ਸੀ ਸਾਰਾ ਦਿਨ। ਖੂਹਾਂ ਦਾ ਪਾਣੀ ਥੱਲੇ ਚਲਾ ਗਿਆ। 100-150 ਫੁੱਟ ਵਾਲੇ ਬੋਰਾਂ ਦੇ ਵਿੱਚ ਹੁਣ ਕੋਈ ਇੱਕ ਬੂੰਦ ਵੀ ਪਾਣੀ ਨਹੀਂ ਹੁੰਦੀ। 400-400 ਫੁੱਟ ਦੂਰ ਚਲਾ ਗਿਆ ਪਾਣੀ। ਚਲੋ ਅਸੀਂ ਤੇ ਗ੍ਰਸਤੀਆਂ, ਪਾਪੀ ਅਪਰਾਧੀਆਂ, ਜੋ ਮਰਜ਼ੀ ਕਹਿ ਲਓ, ਅਸੀਂ ਤਾਂ ਇਹ ਸੋਚ ਵੀ ਨਹੀਂ ਸਕਦੇ। ਜਿਹੜੇ ਸਾਡੇ 70-72 ਲੱਖ ਬਾਬੇ ਨੇ ਇੰਡੀਆ ਵਿੱਚ, ਸਾਰੇ ਭਗਤੀ ਕਰਨ ਤੇ ਸਾਰੇ ਕੋਈ ਮਾਰਨ ਜੰਤਰ ਮੰਤਰ ਦੇ ਖੂਹਾਂ ਦੇ ਵਿੱਚ ਪਾਣੀ, ਫਿਰ ਐਨ ਸਵੇਰੇ ਉੱਠਣ ਤੇ ਖੂਹ ਫਿਰ ਭਰੇ ਹੋਣ। ਲੈ ਵੀ ਬੱਲੇ ਬੱਲੇ ਬੱਲੇ, ਹੁਣ ਤੇ ਪਾਣੀ 10 ਫੁੱਟ ਤੇ ਤੁਰਿਆ ਫਿਰਦਾ ਯਾਰ, ਲੋੜ ਹੀ ਨਹੀਂ। 10 ਫੁੱਟ ਪੈਪ ਤੇ ਟੂਵਲ ਚਲਾਓ ਤੇ ਪਾਣੀ ਬਾਬਿਆਂ ਨੇ ਵਾਧੂ ਕਰ ਦਿੱਤਾ। ਇਹ ਤੇ ਬ੍ਰਹਮ ਗਿਆਨੀ ਨੇ ਪੂਰੇ 108 ਇਹਨਾਂ ਨੇ ਧੰਨ ਧੰਨ ਕਰਾਤੀ ਬਈ। ਪਰ ਐਵੇਂ ਕਰ ਸਕਦਾ ਜੀ ਕੋਈ? ਨਹੀਂ ਨਾ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ ਤੇਰੀ ਰਜ਼ਾ, ਤੇਰਾ ਭਾਣਾ, ਇਹ ਕੀਤੇ ਹੋਏ ਤੇਰੇ ਕੰਮ ਤੇਰੇ ਹਿੱਸੇ ਆਉਂਦੇ ਨੇ, ਹੋਰ ਕੋਈ ਨਹੀਂ ਕਰ ਸਕਦਾ। ਭਾਵ ਕਿ ਤੇਰੀ ਰਜ਼ਾ ਤੋਂ ਉਲਟ ਕੁਛ ਨਹੀਂ ਕੀਤਾ ਜਾ ਸਕਦਾ। ਤੇਰੀ ਰਜ਼ਾ ਤੋਂ ਉਲਟ ਕੁਛ ਵੀ ਨਹੀਂ ਕੀਤਾ ਜਾ ਸਕਦਾ। ਤਾਂ ਦੇਖੋ, ਇਹ ਗੱਲਾਂ ਸਮਝਣ ਵਾਲੀਆਂ ਨੇ। ਜੇ ਅਸੀਂ ਇਹਨਾਂ ਚੀਜ਼ਾਂ ਤੇ ਅਮਲ ਕਰੀਏ ਨਾ, ਤਾਂ ਜੋ ਆਮ ਬੰਦੇ ਦੀ ਲੁੱਟ ਖਸੁੱਟ ਹੋ ਰਹੀ ਹੈ, ਉਹਨਾਂ ਤੋਂ ਬੰਦਾ ਬਚ ਜਾਏਗਾ। ਕਿ ਜੇ ਕੋਈ ਬੰਦਾ ਪਾਣੀ ਪੈਦਾ ਨਹੀਂ ਕਰ ਸਕਦਾ, ਰੁੱਖ ਪੈਦਾ ਨਹੀਂ ਕਰ ਸਕਦਾ, ਤੇ ਫਿਰ ਉਹ ਸੇਬ ਦੇ ਕੇ ਤੇ ਬੱਚੇ ਪੈਦਾ ਕਿਵੇਂ ਕਰ ਦੇਗਾ ਵੀ ਤੁਹਾਡੇ ਘਰ ਮੁੰਡਾ ਹੋ ਜਾਏਗਾ, ਜਾਂ ਤੁਹਾਡਾ ਬੁਖਾਰ ਲੈ ਜਾਏਗਾ ਮੰਤਰ ਜੰਤਰ ਨਾਲ? ਉਹ ਕਿਵੇਂ ਕਰ ਦੇਗਾ? ਇਹ ਗੱਲਾਂ ਸਾਨੂੰ ਸਮਝ ਆ ਜਾਣਗੀਆਂ ਨਾ, ਫਿਰ ਇਹ ਲੁੱਟ ਖਸੁੱਟ ਜਿਹੜੀ ਇਹ ਬੰਦ ਹੋ ਜਾਏਗੀ। ਫਿਰ ਬੰਦਾ ਸਹੀ ਕੰਮ ਕਰੇਗਾ, ਰੱਬੀ ਰਜ਼ਾ ਵਿੱਚ ਤੁਰੇਗਾ। ਫਿਰ ਇਹੋ ਜਿਹਾ ਕੋਈ ਕੰਮ ਨਹੀਂ ਕਰੇਗਾ ਜਿਹਦੇ ਨਾਲ ਉਹਦਾ ਆਪਣਾ ਤੇ ਮਨੁੱਖਤਾ ਦਾ ਨੁਕਸਾਨ ਹੋਵੇ। ਤੇਰੇ ਕੀਤੇ ਕੰਮ ਤੁਦੇ ਹੀ ਗੋਚਰੇ, ਸੋਈ ਵਰਤੈ ਜਗ, ਜੇ ਕੀਆ ਤੁਧ ਧੁਰੇ। ਧੁਰੇ ਦਾ ਮਤਲਬ ਧੁਰ ਤੋਂ, ਸ਼ੁਰੂ ਤੋਂ, ਜਦੋਂ ਤੂੰ ਇਹ ਜਗਤ ਤੁਰਿਆ ਹੁੰਦਾ ਹੈ। ਸੋਈ ਵਰਤੈ ਜਗ, ਇਸ ਜਗਤ ਵਿੱਚ ਉਹੀ ਕੁਛ ਵਾਪਰ ਰਿਹਾ ਹੈ। ਜੇ ਕੀਆ ਤੁਧ ਧੁਰੇ, ਜੋ ਧੁਰ ਤੋਂ ਤੂੰ ਹੁਕਮ ਕੀਤਾ ਹੈ, ਜੋ ਧੁਰ ਤੋਂ ਹੀ ਨਿਯਮ ਨੇ ਨਾ ਬਣੇ ਹੋਏ ਕੁਦਰਤ ਦੇ, ਉਹ ਨੇਮਾਂ ਦੇ ਅੰਦਰ ਹੀ ਸਾਰਾ ਕੁਝ ਵਾਪਰ ਰਿਹਾ ਹੈ। ਉਹੀ ਜਗਤ ਦੇ ਅੰਦਰ ਹੁੰਦਾ ਹੈ। ਰੱਬੀ ਰਜ਼ਾ ਤੋਂ ਬਾਹਰ ਕੁਛ ਨਹੀਂ ਹੁੰਦਾ। ਨਾ ਪਹਿਲੋਂ ਹੁੰਦਾ ਸੀ, ਨਾ ਹੁਣ ਹੋ ਰਿਹਾ ਹੈ, ਨਾ ਅੱਗੇ ਹੋਵੇਗਾ। ਰਜ਼ਾ, ਭਾਣਾ, ਹੁਕਮ, ਮੀਨਸ, ਸਿਸਟਮ, ਲਾ ਆਫ ਨੇਚਰ, ਇਹਨਾਂ ਚੋਂ ਕੋਈ ਵੀ ਸ਼ਬਦ ਕਹਿ ਕੇ ਜਿਹਦੇ ਨਾਲ ਸਾਨੂੰ ਸਮਝ ਆ ਜਾਏ ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹ ਸਿਸਟਮ ਤੋਂ ਬਾਹਰ, ਹੁਕਮ ਤੋਂ ਬਾਹਰ ਕੁਛ ਨਹੀਂ ਹੋ ਸਕਦਾ। ਹਾਂ, ਰੱਬੀ ਰਜ਼ਾ ਦੇ ਅੰਦਰ, ਹੁਕਮ ਦੇ ਅੰਦਰ ਤੁਸੀਂ ਜਿੰਨੀਆਂ ਮਰਜ਼ੀ ਖੋਜਾਂ ਕਰ ਸਕਦੇ ਹੋ, ਸੁੱਖ ਪਾ ਸਕਦੇ ਹੋ, ਆਨੰਦ ਮਾਣ ਸਕਦੇ ਹੋ, ਵਿਕਾਸ ਕਰ ਸਕਦੇ ਹੋ, ਲੇਕਿਨ ਹੁਕਮ ਤੋਂ ਬਾਹਰ ਨਹੀਂ। ਬਿਸਮ ਭੈ ਬਿਸਮਾਦ, ਦੇਖ ਕੁਦਰਤ ਤੇਰੀਆ। ਬਿਸਮ ਦਾ ਮਤਲਬ ਹੈਰਾਨ, ਅਸ਼ਚਰਜ। ਦੇਖ ਦਾ ਮਤਲਬ ਦੇਖ ਕੇ। ਬਿਸਮ ਤੇ ਵਿਸਮਾਦ ਤੋਂ ਭਾਵ ਹੈ ਅਸ਼ਚਰਜ, ਹੈਰਾਨ, ਕਿ ਤੇਰੀ ਅਸ਼ਚਰਜ ਕੁਦਰਤ ਵੇਖ ਕੇ ਪ੍ਰਭੂ ਅਸੀਂ ਵੀ ਹੈਰਾਨ ਹੋ ਰਹੇ ਹਾਂ। ਬਿਸਮ ਪੈ, ਅਸੀਂ ਹੈਰਾਨ ਹੋ ਰਹੇ ਹਾਂ ਤੇਰੀ ਇਸ ਹੈਰਾਨ ਕਰ ਦੇਣ ਵਾਲੀ ਕਾਇਨਾਤ ਨੂੰ ਦੇਖ ਕੇ। ਵਿਸਮਾਦ ਪੈਦਾ ਹੋ ਰਿਹਾ ਹੈ, ਖੁਸ਼ੀਆਂ ਪੈਦਾ ਹੋ ਰਹੀਆਂ ਨੇ, ਆਨੰਦ ਪੈਦਾ ਹੋ ਰਿਹਾ ਹੈ, ਖੇੜਾ ਪੈਦਾ ਹੋ ਰਿਹਾ ਹੈ। ਕੁਦਰਤ ਨੂੰ ਵੇਖਣ ਦਾ ਢੰਗ ਹੈ। ਅਸੀਂ ਇਸ ਕੁਦਰਤ ਨੂੰ, ਸੰਸਾਰ ਨੂੰ ਵੇਖਦੇ ਹਾਂ, ਸਾਨੂੰ ਇੱਥੇ ਦੁੱਖ ਨਜ਼ਰੀ ਪੈਂਦੇ, ਈਰਖਾ, ਦਵੇਸ਼, ਵੈਰ, ਵਿਰੋਧ ਨਜ਼ਰੀ ਪੈਂਦੇ ਨੇ। ਔਰ ਇਹ ਨਹੀਂ ਕਿ ਹੈ ਨਹੀਂ, ਇਹ ਹੈ ਨੇ, ਦਿਸ ਵੀ ਰਹੇ ਨੇ, ਹੈ ਵੀ ਨੇ, ਅਸੀਂ ਪੈਦਾ ਕੀਤੇ ਨੇ। ਪਰ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇਸ ਕੁਦਰਤ ਨੂੰ ਵੇਖਦੇ ਨੇ ਨਾ, ਤਾਂ ਉਹ ਕਹਿੰਦੇ ਨੇ, ਹੇ ਪ੍ਰਭੂ, ਇਹ ਕੁਦਰਤ ਵਿੱਚ ਤਾਂ ਤੇਰੀ ਆਰਤੀ, ਤੇਰੀ ਮਹਿਮਾ ਹੁੰਦੀ ਨਜ਼ਰੀ ਪੈ ਰਹੀ ਹੈ।
गगन में थाल रवचंद दीपक बने। ਉਹ ਇਸ ਸੰਸਾਰ ਦੇ ਅੰਦਰ ਪਾਣੀ ਵੇਖਦੇ ਨੇ, ਪੌਣ ਵੇਖਦੇ ਨੇ, ਸੂਰਜ ਵੇਖਦੇ ਨੇ, ਚੰਦਰਮਾ ਵੇਖਦੇ ਨੇ, ਰੁੱਖ ਦਰਖਤ ਵੇਖਦੇ ਨੇ, ਪਸ਼ੂ ਪੰਛੀਆਂ ਨੂੰ ਤੱਕਦੇ ਨੇ, ਤਾਂ ਉਹਨਾਂ ਨੂੰ ਇੱਥੇ ਜ਼ਿੰਦਗੀ ਦਾ ਇੱਕ ਸੰਗੀਤ ਸੁਣਾਈ ਦਿੰਦਾ ਹੈ। ਗਾਵਨ ਤੁਧ ਨੂੰ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ। ਉਹਨੂੰ ਇਹ ਸਾਰੀ ਕਾਇਨਾਤ ਗਾਉਂਦੀ ਹੋਈ ਨਜ਼ਰੀ ਪੈ ਰਹੀ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਸੰਸਾਰ ਗਾਉਂਦਾ ਹੋਇਆ ਨਜ਼ਰੀ ਪੈ ਰਿਹਾ ਹੈ। ਪੌਣ ਪਾਣੀ ਗਾਉਂਦੇ ਹੋਏ ਨਜ਼ਰੀ ਪੈ ਰਹੇ ਨੇ। ਇੱਥੇ ਜ਼ਿੰਦਗੀ ਦਾ ਇੱਕ ਮਧੁਰ ਸੰਗੀਤ ਸੁਣਾਈ ਦੇ ਰਿਹਾ ਹੈ। ਵੇਖਣ ਦਾ ਢੰਗ ਹੈ ਨਾ, ਜੇ ਰਜ਼ਾ ਭਾਣੇ ਵਿੱਚ ਵੇਖਾਂਗੇ ਤਾਂ ਇਸ ਦੁਨੀਆ ਦੀ ਕੱਲੀ ਕੱਲੀ ਚੀਜ਼ ਤੁਹਾਨੂੰ ਹੈਰਾਨ ਕਰੇ। ਅਸਾਂ ਆਸਾ ਕੀ ਵਾਰ ਵਿੱਚ ਵਿਚਾਰਿਆ ਸੀ ਨਾ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ। ਜੇ ਤੁਸੀਂ ਆਵਾਜ਼ ਦੀ ਹੀ ਗੱਲ ਕਰੋ ਤਾਂ ਦੇਖੋ, ਅਸੀਂ ਬੋਲ ਰਹੇ ਹਾਂ, ਸੁਣ ਰਹੇ ਹਾਂ, ਅਸੀਂ ਕਦੇ ਇੱਧਰ ਧਿਆਨ ਨਹੀਂ ਦਿੱਤਾ ਕਿ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਤੁਸੀਂ ਬੋਲ ਰਹੇ ਹੋ, ਮੈਂ ਸੁਣ ਰਿਹਾ, ਆਵਾਜ਼ ਆ ਰਹੀ ਹੈ। ਲੇਕਿਨ ਹੈਰਾਨ ਕਰ ਦੇਣ ਵਾਲੀ ਇਹ ਗੱਲ ਹੈ ਕਿ ਇਸ ਦੁਨੀਆ ਦੇ ਅੰਦਰ ਕਿੰਨੇ ਇਸਤਰੀਆਂ ਪੁਰਸ਼ ਨੇ, ਕਿੰਨੇ ਨੇ, ਕਰੋੜਾਂ ਦੀ ਤਾਦਾਦ ਵਿੱਚ, ਪਰ ਇੱਕ ਦੀ ਆਵਾਜ਼ ਦੂਜੇ ਨਾਲ ਨਹੀਂ ਮਿਲਦੀ। ਇਹ ਆਵਾਜ਼ ਦੇ ਅੰਦਰ ਫਰਕ ਪੈ ਰਿਹਾ ਨਾ, ਇੱਕ ਦੀ ਆਵਾਜ਼ ਦੂਜੇ ਨਾਲ ਨਹੀਂ ਮਿਲਦੀ। ਕਿਸੇ ਦੀ ਆਵਾਜ਼ ਕਿਸ ਤਰ੍ਹਾਂ ਦੀ ਹੈ, ਇੰਨੀਆਂ ਆਵਾਜ਼ਾਂ ਇਸ ਕੁਦਰਤ ਵਿੱਚ ਪੈਦਾ ਹੋ ਰਹੀਆਂ ਨੇ। ਫਿਰ ਪਸ਼ੂ ਪੰਛੀ ਨੇ, ਉਹਨਾਂ ਦੀ ਇੱਕ ਦੀ ਆਵਾਜ਼ ਵੀ ਦੂਜੇ ਨਾਲ ਨਹੀਂ ਮਿਲਦੀ। ਹਾਂ, ਇਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਆਵਾਜ਼ਾਂ ਵਿੱਚ ਫਰਕ ਸਾਨੂੰ ਸਮਝ ਨਹੀਂ ਆਉਂਦਾ, ਲੇਕਿਨ ਫਰਕ ਹੈ। ਇੰਨੀਆਂ ਆਵਾਜ਼ਾਂ, ਫਿਰ ਇਹ ਜੋ ਆਵਾਜ਼ ਹੈ, ਇਹ ਜੋ ਬੋਲ ਨੇ, ਅੱਗੋਂ ਇਹਨਾਂ ਦੀ ਕਰਾਮਾਤ ਦੇਖੋ ਕਿ ਇਹ ਜੋ ਸਾਡੇ ਬੋਲ ਨੇ ਸਾਨੂੰ ਇੱਕ ਦੂਜੇ ਦੇ ਨਜ਼ਦੀਕ ਲੈ ਆਉਂਦੇ ਨੇ, ਸਾਨੂੰ ਇੱਕ ਦੂਜੇ ਦੇ ਦਿਲ ਵਿੱਚ ਉਤਾਰ ਦਿੰਦੇ ਨੇ, ਸਾਨੂੰ ਇੱਕ ਦੂਜੇ ਦੇ ਸੱਜਣ ਮਿੱਤਰ ਭੈਣ ਭਰਾ ਬਣਾ ਦਿੰਦੇ ਨੇ। ਸਾਡੇ ਸੰਬੰਧ ਆਪਸੀ ਮਿੱਠੇ ਹੋ ਜਾਂਦੇ ਨੇ ਇਹਨਾਂ ਬੋਲਾਂ ਕਰਕੇ। ਤੇ ਇਹ ਬੋਲ ਹੀ ਐਸੇ ਨੇ ਕਿ ਸਾਨੂੰ, ਸਾਡੇ ਬੋਲ ਹੀ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੰਦੇ ਨੇ, ਸਾਡੇ ਅੰਦਰ ਨੈਗੇਟਿਵਿਟੀ ਪੈਦਾ ਕਰ ਦਿੰਦੇ ਨੇ, ਸਾਨੂੰ ਇੱਕ ਦੂਜੇ ਦੇ ਦਿਲਾਂ ਤੋਂ ਲਾਹ ਦਿੰਦੇ, ਇੱਕ ਦੂਜੇ ਤੋਂ ਦੂਰ ਕਰ ਦਿੰਦੇ ਨੇ। ਹੈ ਨਾ ਹੈਰਾਨ ਕਰਨ ਵਾਲੀ ਗੱਲ। ਤੁਸੀਂ ਰੂਪ ਦੇਖ ਲਓ, ਇੱਕ ਦਾ ਰੂਪ ਦੂਜੇ ਨਾਲ ਨਹੀਂ। ਕਿੰਨੇ ਇਸਤਰੀਆਂ ਪੁਰਸ਼ ਨੇ, ਕਿੰਨੇ ਜੀਵ ਜੰਤ ਨੇ, ਇੱਕ ਦਾ ਰੂਪ, ਇੱਕ ਦੀ ਸ਼ਕਲ ਦੂਜੇ ਵਰਗੀ ਨਹੀਂ, ਫਿੰਗਰਪ੍ਰਿੰਟ ਦੂਜੇ ਵਰਗੇ ਨਹੀਂ, ਇੱਕ ਪੱਤਾ ਰੁੱਖ ਦਾ ਦੂਜੇ ਪੱਤੇ ਵਰਗਾ ਨਹੀਂ, ਮੇਰੇ ਸਰੀਰ ਦਾ ਇੱਕ ਰੋਮ ਦੂਜੇ ਰੋਮ ਵਰਗਾ ਨਹੀਂ। ਇੰਨਾ ਫਰਕ। हे ਪ੍ਰਭੂ, ਤੇਰੀ ਇਸ ਕੁਦਰਤ ਨੂੰ ਵੇਖ ਕੇ ਵਿਸਮਾਦ, ਹੈਰਾਨ ਹੋ ਜਾਂਦੇ ਆ। ਸਰਣ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ। ਗਤ ਦਾ ਮਤਲਬ ਹਾਲਾਤ, ਉੱਚੀ ਆਤਮਿਕ ਅਵਸਥਾ, ਮੁਕਤੀ। ਤੇਰੇ ਦਾਸ ਤੇਰਾ ਆਸਰਾ ਲੈਂਦੇ ਨੇ। हे ਪ੍ਰਭੂ, ਮਿਹਰ ਕਰ, ਮੈਂ ਵੀ ਤੇਰੀ ਸ਼ਰਨ ਵਿੱਚ ਹਾਂ। ਮੇਰੀ ਆਤਮਿਕ ਅਵਸਥਾ ਵੀ ਉੱਚੀ ਕਰ, ਮੇਰੀ ਸੋਚ ਵੀ ਉੱਚੀ ਕਰ, ਮੈਂ ਉੱਚਾ ਸੋਚਾਂ, ਮੇਰੀ ਸੋਚ ਨੀਵੀਂ ਨਾ ਰਹੇ, ਸੋਚ ਉੱਚੀ ਹੋ ਜਾਏ। ਤਾਂ ਜੋ ਪ੍ਰਭੂ ਦੀ ਸ਼ਰਨ ਵਿੱਚ ਆਏਗਾ, ਉਹਦੀ ਸੋਚ ਉੱਚੀ ਹੋ ਜਾਏਗੀ। ਔਰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਡੀ ਸੋਚ ਹੀ ਬਦਲਦੀ ਹੈ। ਸੋਚ ਬਦਲਣ ਦੇ ਨਾਲ ਸਾਡੇ ਜੀਵਨ ਦੇ ਸੁੱਖ ਦੁੱਖ ਵੀ ਬਦਲ ਜਾਂਦੇ ਨੇ। ਜੇ ਸੋਚ ਚੰਗੀ ਹੋ ਜਾਏ ਤਾਂ ਸਾਡੇ ਦੁੱਖ ਸੁੱਖਾਂ ਵਿੱਚ ਬਦਲ ਜਾਂਦੇ, ਤੇ ਜੇ ਸੋਚ ਮਾੜੀ ਹੋ ਜਾਏ ਤੇ ਸਾਡੇ ਸੁੱਖ ਵੀ ਦੁੱਖਾਂ ਵਿੱਚ ਬਦਲ ਜਾਂਦੇ। ਧੀਆਂ ਪੁੱਤਰ ਭੈਣ ਭਰਾ ਜ਼ਮੀਨ ਜਾਇਦਾਦ ਸਾਰਾ ਕੁਝ ਇਹੀ ਹੈ, ਪਰ ਜੇ ਸੋਚ ਮਾੜੀ ਹੈ ਤਾਂ ਇਹ ਸਾਰਾ ਕੁਝ ਹੁੰਦਿਆਂ ਵੀ ਬੰਦਾ ਦੁਖੀ ਹੈ। ਤੇ ਧੀਆਂ ਪੁੱਤਰ ਭੈਣ ਭਰਾ ਜ਼ਮੀਨ ਜਾਇਦਾਦ ਇਹੀ ਹੈ, ਪਰ ਜੇ ਸੋਚ ਉੱਚੀ ਹੈ ਤੇ ਉਹ ਪਰਿਵਾਰ ਸੁਖੀ ਔਰ ਸ਼ਾਂਤ ਹੈ। ਦੁਨੀਆ ਇਹੀ ਰਹਿਣੀ ਹੈ, ਮਨੁੱਖ ਇਹੀ ਰਹਿਣਾ, ਅੱਖਾਂ ਕੰਨ ਨੱਕ ਹੱਥ ਪੈਰ ਇਹੀ ਰਹਿਣੇ ਨੇ। ਸੋਚ ਚੇਂਜ ਕਰਨੀ ਹੈ। ਸੋਚ ਚੇਂਜ ਕਰਨ ਦੇ ਨਾਲ ਸਭ ਕੁਝ ਚੇਂਜ ਹੋ ਜਾਏਗਾ। ਸੋਚ ਚੇਂਜ ਹੋਏਗੀ, ਬੋਲ ਬਦਲ ਜਾਣਗੇ, ਮਿੱਠੇ ਪਿਆਰੇ ਹੋ ਜਾਣਗੇ, ਮਹਾਨ ਜੇ ਸੋਚ ਹੋਏਗੀ। ਸੋਚ ਜੇ ਚੰਗੀ ਹੋਏਗੀ ਤਾਂ ਨਜ਼ਰੀਆ ਬਦਲ ਜਾਏਗਾ। ਹਰ ਧੀ ਭੈਣ ਹੀ ਨਜ਼ਰੀ ਆਏਗੀ। ਸੋਚ ਬਦਲ ਜਾਏਗੀ, ਸੁਣਨ ਦਾ ਤਰੀਕਾ ਬਦਲ ਜਾਏਗਾ। ਪੋਜ਼ਿਟਿਵ ਸੁਣਾਂਗੇ, ਨਿੰਦਿਆ ਆਦਿਕ ਨਹੀਂ ਸੁਣਾਂਗੇ। ਅਵਸਥਾ ਉੱਚੀ ਹੋ ਜਾਏਗੀ। ਤਾਂ ਲੋੜ ਹੈ ਸੋਚ ਨੂੰ ਬਦਲਣ ਦੀ, ਸੋਚ ਨੂੰ ਉੱਚਿਆਂ ਕਰਨ ਦੀ। हे ਪ੍ਰਭੂ, ਤੇਰੇ ਦਾਸ ਤੇਰੇ ਚਰਨਾਂ ਦੀ ਸ਼ਰਨ ਵਿੱਚ ਨੇ, ਰਹਿਮਤ ਕਰ ਜਿਸ ਕਰਕੇ ਮੇਰੀ ਸੋਚ ਉੱਚੀ ਹੋ ਜਾਏ।
तेरे हथ निधान भावै तिस देह। देह का मतलब देंदा है। निधान का मतलब खजाना, सुखां का खजाना, गुणा का खजाना। तेरे हथ का मतलब तेरे हाथ विच, तेरे हुक्म विच। तेरे गुणा का, तेरे सुखां का खजाना तेरे हाथ विच है। पर देंदा किनू है? भावै, जिन्नू पाउंदा है, तिस देह, जिन्नू सुखां का खजाना पा जांदा है, चंगा लगदा है, तू दे दिंदा है। ਹੁਣ ਦੇਖੋ, ਸਾਡੇ ਅੰਦਰ ਰੱਬ ਹੈ, ਸਾਡੇ ਅੰਦਰ ਸੱਚ ਹੈ, ਦਇਆ ਹੈ, ਪ੍ਰੇਮ ਹੈ। ਸੱਚ ਮੈਂ ਕਦੋਂ ਬੋਲਾਂਗਾ? ਜੇ ਮੈਨੂੰ ਸੱਚ ਚੰਗਾ ਲੱਗੇਗਾ, ਪਾਏਗਾ। ਤੇ ਜੇ ਮੈਨੂੰ ਸੱਚ ਬੋਲਣਾ ਚੰਗਾ ਹੀ ਨਹੀਂ ਲੱਗਦਾ, ਤੇ ਰੱਬ ਹੁਣ ਮੇਰੇ ਤੋਂ ਧੱਕੇ ਨਾਲ ਥੋੜੀ ਸੱਚ ਬੁਲਵਾਏਗਾ। ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਜੇ ਸਿੱਖ ਵਿੱਚ ਕਮੀ ਹੋਏਗੀ ਤੇ ਗੁਰੂ ਕੀ ਕਰੇਗਾ? ਗੁਰੂ ਨੇ ਤੇ ਰਾਹ ਦੱਸਣਾ ਨਾ ਕਿ ਐਵੇਂ ਕਰ। ਇੱਕ ਟੀਚਰ ਪੜਾਉਂਦਾ ਹੈ, ਟੀਚਰ ਬਿਲਕੁਲ ਸਹੀ ਪੜ੍ਹਾ ਰਿਹਾ ਹੈ, ਜਿਹਦੇ ਸਟੂਡੈਂਟ ਧਿਆਨ ਨਾਲ ਸੁਣੇ ਹੀ ਨਾ, ਹੋਮਵਰਕ ਕਰੇ ਹੀ ਨਾ, ਸਕੂਲ ਦਾ ਕੰਮ ਹੀ ਨਾ ਕਰੇ, ਤੇ ਟੀਚਰ ਕੀ ਕਰੇ? ਹੁਣ ਸਟੂਡੈਂਟ ਫੇਲ ਹੋਏਗਾ ਨਾ, ਉਹਦੇ ਵਿੱਚ ਟੀਚਰ ਦਾ ਕੀ ਕਸੂਰ ਹੈ? ਉਹ ਤਾਂ ਆਪਣੀ ਡਿਊਟੀ ਸਹੀ ਭੁਗਤਾ ਰਿਹਾ। ਤੇ ਜੇ ਕੋਈ ਪੜ੍ਹਨਾ ਹੀ ਨਾ ਚਾਹੇ ਤਾਂ ਫਿਰ ਉਹਦਾ ਇਲਾਜ ਤੇ ਕੋਈ ਨਹੀਂ ਨਾ। ਹੁਣ ਜੇ ਅਸੀਂ ਚੰਗੇ ਕੰਮ ਕਰਨੇ ਹੀ ਨਾ ਚਾਹੀਏ, ਜੇ ਅਸੀਂ ਗੁਨਾਹ ਦੇ ਧਾਰਨੀ ਹੋਣਾ ਹੀ ਨਾ ਚਾਹੀਏ, ਸੁਖੀ ਹੋਣਾ ਹੀ ਨਾ ਚਾਹੀਏ, ਤਾਂ ਫਿਰ ਇਹਦਾ ਤੇ ਕੋਈ ਇਲਾਜ ਨਹੀਂ ਹੈ ਨਾ। ਭਾਵੈ ਜਿਸ ਨੂੰ ਪਾਉਂਦਾ ਹੈ ਸੱਚ ਧਰਮ, ਤੂੰ ਉਹਨੂੰ ਦੇ ਦਿੰਦਾ ਹੈ। ਇਸ ਲਈ ਅਸੀਂ ਆਪਣੇ ਅੰਦਰ ਲਗਨ ਪੈਦਾ ਕਰਨੀ ਹੈ, ਸੱਚ ਦੀ, ਧਰਮ ਦੀ, ਦਇਆ ਦੀ, ਧੀਰਜ ਦੀ, ਪਿਆਰ ਦੀ, ਮੁਹੱਬਤ ਦੀ, ਇਨਸਾਨੀਅਤ ਦੀ। हे ਪ੍ਰਭੂ, ਤੇਰੇ ਹੁਕਮ ਦੇ ਵਿੱਚ ਨੇ ਤੇਰੇ ਗੁਣਾਂ ਦੇ ਔਰ ਤੇਰੇ ਸੁੱਖਾਂ ਦੇ ਖਜ਼ਾਨੇ। ਜੋ ਤੈਨੂੰ ਪਾ ਜਾਂਦਾ ਹੈ, ਭਾਵ ਜੋ ਤੇਰੀ ਰਜ਼ਾ ਵਿੱਚ ਤੁਰਦਾ ਹੈ, ਉਹਨੂੰ ਇਹ ਦਾਤਾਂ ਤੂੰ ਦੇ ਦਿੰਦਾ ਹੈ, ਉਹਨੂੰ ਇਹ ਚੀਜ਼ਾਂ ਮਿਲ ਜਾਂਦੀਆਂ। ਜਿਸ ਨੂੰ ਹੋਏ ਦਇਆਲ ਹਰ ਨਾਮ ਸੇ ਲੇਹ। ਲੇਹ ਦਾ ਮਤਲਬ ਲੈਂਦੇ ਨੇ, ਸੇ ਦਾ ਮਤਲਬ ਉਹ ਮਨੁੱਖ ਜਿਸ ਦੇ ਉੱਤੇ ਦਇਆਵਾਨ ਹੁੰਦਾ ਹੈ, ਉਹ ਮਨੁੱਖ ਹਰੀ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲੈਂਦੇ ਨੇ। ਨਾਮ ਦਾ ਖਜ਼ਾਨਾ ਮਤਲਬ ਰੱਬੀ ਹੁਕਮ ਵਿੱਚੋਂ ਤੁਰਦੇ ਨੇ। ਨਾਮ ਦਾ ਖਜ਼ਾਨਾ ਦਾ ਮਤਲਬ ਉਹ ਗੁਣਾਂ ਦਾ ਖਜ਼ਾਨਾ ਪਾ ਲੈਂਦੇ ਨੇ, ਸਤ, ਸੰਤੋਖ, ਦਇਆ, ਧਰਮ ਆਦਿ। ਜਿਨ੍ਹਾਂ ਤੇ ਰੱਬ ਦਇਆਵਾਨ ਹੁੰਦਾ ਹੈ, ਜੋ ਰੱਬ ਦੀ ਦਇਆ ਦੇ ਪਾਤਰ ਬਣਦੇ ਨੇ, ਜੋ ਰੱਬ ਦੀ ਰਜ਼ਾ ਵਿੱਚ ਤੁਰਦੇ ਨੇ, ਉਹ ਇਸ ਨਾਮ ਖਜ਼ਾਨੇ ਨੂੰ ਪਾ ਲੈਂਦੇ ਨੇ, ਸੁੱਖਾਂ ਦੇ ਖਜ਼ਾਨੇ ਨੂੰ ਪਾ ਲੈਂਦੇ ਨੇ। ਅਗੰਮ ਅਗੋਚਰ ਬੇਅੰਤ, ਅੰਤ ਨਾ ਪਾਈਏ। ਅਗੰਮ ਦਾ ਮਤਲਬ ਪਹੁੰਚ ਤੋਂ ਪਰੇ, ਤੇ ਅਗੋਚਰ ਦਾ ਮਤਲਬ ਹੈ ਜੋ ਮਨ ਦੇ ਸਮਝਣ ਔਰ ਜ਼ਬਾਨ ਦੇ ਬਿਆਨ ਕਰਨ ਤੋਂ ਵੀ ਬਾਹਰ ਹੋਵੇ, ਜਿਹਦੀ ਅਸੀਂ ਕਲਪਨਾ ਵੀ ਨਾ ਕਰ ਸਕੀਏ। ਅੰਤ ਨਾ ਪਾਈਏ ਦਾ ਮਤਲਬ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। हे अपहुंच, हे ਅਗੋਚਰ, हे ਪ੍ਰਭੂ, ਬੇਅੰਤ ਪ੍ਰਭੂ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਤੂੰ ਅਨੰਤ ਹੈ। ਅਸੀਂ ਰੱਬੀ ਗੁਣ ਗਾ ਸਕਦੇ ਹਾਂ, ਰੱਬ ਦੀ ਮਹਿਮਾ ਕਰ ਸਕਦੇ ਹਾਂ, ਰੱਬੀ ਰਜ਼ਾ ਵਿੱਚ ਤੁਰ ਸਕਦੇ ਹਾਂ, ਰੱਬੀ ਰਜ਼ਾ ਵਿੱਚ ਚੱਲ ਕੇ ਅਨੰਤ ਸੁਖ, ਆਨੰਦ, ਖੇੜੇ, ਪ੍ਰਸੰਨਤਾ ਪਾ ਸਕਦੇ ਹਾਂ, ਪਰ ਅੰਤ ਨਹੀਂ ਪਾ ਸਕਦੇ। ਉਹ ਅਨੰਤ ਹੈ। ਨਾ ਕੁਦਰਤ ਦਾ ਅੰਤ ਪਾਇਆ ਜਾਂਦਾ ਹੈ, ਨਾ ਦਾਤਾਂ ਦਾ ਅੰਤ ਪਾਇਆ ਜਾਂਦਾ ਹੈ, ਨਾ ਗੁਣਾਂ ਦਾ ਅੰਤ ਪਾਇਆ ਜਾਂਦਾ ਹੈ, ਨਾ ਪ੍ਰਭੂ ਦਾ ਅੰਤ ਪਾਇਆ ਜਾਂਦਾ ਹੈ। ਅੰਤ ਨਹੀਂ ਹੈ। ਦੇਖੋ ਕਿੱਡੀ ਵੱਡੀ ਪੋਜ਼ਿਟਿਵ ਸੋਚ ਸਾਡੇ ਵਾਸਤੇ ਨਿਕਲ ਰਹੀ ਹੈ ਕਿ ਸਭ ਕੁਝ ਅਨੰਤ ਅਨੰਤ ਹੈ। ਇਹਦਾ ਮਤਲਬ ਸਾਡੇ ਵਿਕਾਸ ਦੀਆਂ ਕੋਈ ਸੀਮਾਵਾਂ ਨਹੀਂ ਹਨ ਕਿ ਅਸੀਂ ਇੰਨਾ ਵਿਕਾਸ ਕਰ ਲਿਆ, ਇਸ ਤੋਂ ਅੱਗੇ ਵਿਕਾਸ ਨਹੀਂ ਕਰ ਸਕਦੇ, ਕਿਉਂਕਿ ਹਰ ਸ਼ੈ ਅਨੰਤ ਹੈ। ਜਿੰਨੀਆਂ ਮਰਜ਼ੀ ਤੁਸੀਂ ਨਵੀਆਂ ਖੋਜਾਂ ਕਰ ਸਕਦੇ ਹੋ, ਜਿੰਨੇ ਮਰਜ਼ੀ ਆਪਣੇ ਅੰਦਰ ਗੁਣ ਪੈਦਾ ਕਰ ਸਕਦੇ ਹੋ, ਆਪਣਾ ਵਿਕਾਸ ਕਰ ਸਕਦੇ ਹੋ। ਅਨੰਤ ਅਨੰਤ ਵਿਕਾਸ ਦੀਆਂ ਸੰਭਾਵਨਾਵਾਂ ਹਰ ਵਕਤ ਹਰ ਇਨਸਾਨ ਦੇ ਅੰਦਰ ਨੇ, ਕਿਉਂਕਿ ਪ੍ਰਭੂ ਆਪ ਅਨੰਤ ਹੈ। ਜਿਸ ਨੂੰ ਹੋਏ ਕਿਰਪਾਲ ਸੋ ਨਾਮ ਧਿਆਈਐ। ਜਿਸ ਮਨੁੱਖ ਉੱਤੇ ਤੂੰ ਤਰੁੱਠਦਾ ਹੈ, ਦਇਆ ਕਰਦਾ ਹੈ। ਧਿਆਈਏ ਦਾ ਮਤਲਬ ਧਿਆਨ ਵਿੱਚ ਰੱਖਦਾ ਹੈ। ਨਾਮ ਦਾ ਮਤਲਬ ਹੁਕਮ। ਉਹ ਤੇਰੇ ਹੁਕਮ ਨੂੰ ਆਪਣੇ ਧਿਆਨ ਵਿੱਚ ਵਸਾਉਂਦਾ ਹੈ, ਆਪਣੇ ਧਿਆਨ ਦਾ ਕੇਂਦਰ ਬਣਾਉਂਦਾ ਹੈ। ਉਹਦਾ ਧਿਆਨ ਤੇਰੇ ਹੁਕਮ ਵਿੱਚ ਹੈ। ਉਹਨੇ ਤੇਰੇ ਹੁਕਮ ਨੂੰ, ਤੇਰੀ ਰਜ਼ਾ ਨੂੰ, ਤੇਰੇ ਭਾਣੇ ਨੂੰ ਆਪਣੇ ਧਿਆਨ ਦੇ ਅੰਦਰ ਰੱਖਿਆ ਹੋਇਆ ਹੈ। ਉਹਦਾ ਧਿਆਨ ਤੇਰੇ ਹੁਕਮ, ਰਜ਼ਾ, ਭਾਣੇ ਤੋਂ ਇੱਕ ਪਲ ਵਾਸਤੇ ਵੀ ਪਾਸੇ ਨਹੀਂ ਹੈ, ਜਿਹਦੇ ਉੱਤੇ ਤੂੰ ਦਇਆਵਾਨ ਹੁੰਦਾ ਹੈ। ਤੇ ਯਾਦ ਰੱਖਣਾ, ਜੋ ਰੱਬੀ ਰਜ਼ਾ ਔਰ ਭਾਣੇ ਦੇ ਅੰਦਰ ਹਰ ਵਕਤ ਧਿਆਨ ਜੋੜਦਾ ਹੈ, ਉਹੀ ਪ੍ਰਭੂ ਦੀ ਦਇਆ
ਬਖਸ਼ਿਸ਼ ਔਰ ਰਹਿਮਤ ਦਾ ਪਾਤਰ ਬਣ ਜਾਂਦਾ ਹੈ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਸਵਾਲ ਕਰ ਸਕਦਾ ਹੈ, ਔਰ ਜੇ ਕਿਸੇ ਨੇ ਆਪਣਾ ਵਿਚਾਰ ਦੇਣਾ ਹੈ ਤਾਂ ਉਹ ਆਪਣਾ ਵਿਚਾਰ ਦੇ ਸਕਦਾ ਹੈ। ਅਗਲੀ ਕਲਾਸ ਦੀ ਕਾਰਵਾਈ ਵੀਰ ਗੁਰਚਰਨ ਸਿੰਘ ਜੀ TC ਸਾਹਿਬ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।